ਮੇਰਾ ਨਾਮ ਰੋਹਨ ਹੈ। ਮੈਨੂੰ ਨਹੀਂ ਸੀ ਪਤਾ ਕਿ ਮੇਰੀ ਕਿਸਮਤ ਇੱਕ ਦਿਨ ਮੈਨੂੰ ਕਿੱਥੇ ਲੈ ਕੇ ਜਾਵੇਗੀ। ਦੁਬਈ ਵਿੱਚ ਰਹਿਣ ਵਾਲੀਆਂ ਔਰਤਾਂ 15 ਸਾਲ ਦੇ ਨੌਕਰਾਂ ਨੂੰ ਨੌਕਰੀ ਤੇ ਕਿਉਂ ਰੱਖਦੀਆਂ ਸਨ ਅਤੇ ਉਹਨਾਂ ਨੂੰ ਵੱਧ ਤਨਖਾਹ ਕਿਉਂ ਦਿੰਦੀਆਂ ਸਨ। ਭਾਰਤ ਤੋਂ ਭੱਜ ਕੇ ਦੁਬਈ 'ਚ ਕੰਮ ਕਰਨ ਵਾਲੇ ਨੌਜਵਾਨ ਨੇ ਵਾਪਸ ਆ ਕੇ ਸਾਰੀ ਗੱਲ ਦੱਸੀ। ਇਸ ਮੁੰਡੇ ਦੀ ਕਹਾਣੀ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਲੋਕ ਹਮੇਸ਼ਾ ਕੁੜੀਆਂ ਨੂੰ ਚੰਗੀ ਕਿਸਮਤ ਦਾ ਅਸ਼ੀਰਵਾਦ ਦਿੰਦੇ ਹਨ। ਆਖਰਕਾਰ ਮੁੰਡਿਆਂ ਨੂੰ ਚੰਗੀ ਕਿਸਮਤ ਦਾ ਅਸ਼ੀਰਵਾਦ ਕਿਉਂ ਨਹੀਂ ਦਿੱਤਾ ਜਾਂਦਾ। ਮੁੰਡਿਆਂ ਨੂੰ ਵੀ ਕੁੜੀਆਂ ਵਾਂਗ ਪਿਆਰ, ਸਤਿਕਾਰ ਅਤੇ ਅਸ਼ੀਰਵਾਦ ਦੀ ਲੋੜ ਹੁੰਦੀ ਹੈ। ਜੇਕਰ ਬਦਸਲੂਕੀ ਦਾ ਤਾਨਾ ਕਿਸੇ ਕੁੜੀ ਦੇ ਦਿਲ ਨੂੰ ਠੇਸ ਪਹੁੰਚਾ ਸਕਦਾ ਹੈ ਤਾਂ ਕੀ ਕਦੇ ਕਿਸੇ ਨੇ ਇਹ ਸੋਚਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹੀ ਤਾਨੇ ਮੁੰਡਿਆਂ ਦੇ ਦਿਲਾਂ ਨੂੰ ਵੀ ਠੇਸ ਪਹੁੰਚਾ ਸਕਦੇ ਹਨ। ਜਦੋਂ ਤੋਂ ਮੈਂ ਪੈਦਾ ਹੋਇਆ ਸੀ ਮੈਂ ਹਰ ਪਾਸੇ ਗਰੀਬੀ ਦੇਖੀ ਸੀ। ਘਰ ਵਿੱਚ ਮੇਰੇ ਪਿਤਾ ਜੀ ਹੀ ਇੱਕ ਕਮਾਊ ਵਿਅਕਤੀ ਸਨ ਅਤੇ ਬਾਕੀ ਲੋਕ ਬੈਠ ਕੇ ਖਾਂਦੇ ਸਨ। ਮੁਸੀਬਤ ਇਹ ਸੀ ਕਿ ਮੈਂ ਆਪਣੇ ਪਿਤਾ ਦਾ ਇਕਲੌਤਾ ਪੁੱਤਰ ਸੀ ਅਤੇ ਮੇਰੀਆਂ 8 ਭੈਣਾਂ ਸਨ ਅਤੇ ਮੈਂ ਸਭ ਤੋਂ ਵੱਡਾ ਸੀ। ਸਾਰੀਆਂ ਭੈਣਾਂ ਮੈਥੋਂ ਛੋਟੀਆਂ ਸਨ ਅਤੇ ਮੈਂ 8 ਭੈਣਾਂ ਦਾ ਇਕਲੌਤਾ ਭਰਾ ਸੀ। ਕਿਹਾ ਜਾਂਦਾ ਹੈ ਕਿ ਘਰ ਦਾ ਸਭ ਤੋਂ ਵੱਡਾ ਪੁੱਤਰ ਘਰ ਦੀ ਜ਼ਿੰਮੇਵਾਰੀ ਨਿਭਾਉਂਦਾ ਹੈ ਅਤੇ ਇਹ ਪੁੱਤਰ ਹੀ ਆਪਣੇ ਪਿਤਾ ਨੂੰ ਮਾਣ ਮਹਿਸੂਸ ਕਰਵਾਉਂਦਾ ਹੈ। ਮਾਪੇ ਸੋਚਦੇ ਹਨ ਕਿ ਇਹ ਸਾਡਾ ਸਹਾਰਾ ਬਣੇਗਾ, ਪਰ ਮੇਰਾ ਹਿਸਾਬ ਕੁਝ ਵੱਖਰਾ ਸੀ। ਮੇਰੇ ਘਰ ਦੇ ਸਾਰੇ ਲੋਕ ਬਿਲਕੁਲ ਠੀਕ ਸਨ, ਸੁੰਦਰਤਾ ਵਿੱਚ, ਬੁੱਧੀ ਵਿੱਚ ਅਤੇ ਕੱਦ ਸਿਹਤ ਵਿੱਚ, ਪਰ ਮੈਨੂੰ ਨਹੀਂ ਪਤਾ ਕਿ ਮੈਨੂੰ ਕੀ ਹੋ ਗਿਆ ਸੀ। ਬਚਪਨ ਤੋਂ ਹੀ ਮੇਰਾ ਕੱਦ ਬਹੁਤ ਛੋਟਾ ਸੀ ਅਤੇ ਮੇਰੀ ਸਿਹਤ ਵੀ ਬਹੁਤ ਖਰਾਬ ਰਹਿੰਦੀ ਸੀ। ਮੈਂ ਬਿਲਕੁਲ 14-15 ਸਾਲ ਦੇ ਬੱਚੇ ਵਰਗਾ ਦਿਖਾਈ ਦਿੰਦਾ ਸੀ, ਹਾਲਾਂਕਿ ਮੈਂ 25 ਸਾਲਾਂ ਦਾ ਹੋਣ ਵਾਲਾ ਸੀ। ਬਚਪਨ ਤੋਂ ਹੀ ਲੋਕ ਮੇਰੀ ਸਿਹਤ ਅਤੇ ਛੋਟੇ ਕੱਦ ਕਾਰਨ ਮੇਰਾ ਮਜ਼ਾਕ ਉਡਾਉਂਦੇ ਸਨ। ਮੇਰਾ ਕੱਦ ਛੋਟਾ ਹੋਣ ਕਰਕੇ ਹਰ ਕੋਈ ਮੇਰੇ ਤੋਂ ਦੂਰ ਭੱਜਦਾ ਸੀ। ਮੇਰਾ ਕੋਈ ਦੋਸਤ ਵੀ ਨਹੀਂ ਸੀ। ਮੇਰੇ ਪਰਿਵਾਰ ਵਿੱਚ ਮੇਰੀ ਦਾਦੀ ਦੇ ਘਰ, ਮੇਰੀ ਨਾਨੀ ਦੇ ਘਰ ਜਿੰਨੇ ਵੀ ਮੇਰੇ ਚਚੇਰੇ ਭਰਾ ਸਨ, ਸਾਰੇ ਬੱਚੇ ਸੁੰਦਰ, ਜਵਾਨ ਅਤੇ ਚੰਗੇ ਕੱਦ ਅਤੇ ਸਿਹਤ ਵਾਲੇ ਸਨ ਅਤੇ ਸਾਰੀਆਂ ਕੁੜੀਆਂ ਉਹਨਾਂ ਲਈ ਪਾਗਲ ਸਨ। ਕੋਈ ਵੀ ਕੁੜੀ ਮੈਨੂੰ ਪਸੰਦ ਨਹੀਂ ਕਰਦੀ ਸੀ। ਮੈਂ ਬਹੁਤ ਪੜ੍ਹਾਈ ਕੀਤੀ ਸੀ। ਮੈਂ ਪੜ੍ਹਾਈ ਕਰਕੇ ਹੀ ਚੰਗੀ ਨੌਕਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਇਹਨਾਂ ਸਮੱਸਿਆ ਵਿੱਚ ਚੰਗੀ ਨੌਕਰੀ ਲੈਣ ਲਈ ਵੀ ਚੰਗਾ ਦਿਸਣਾ ਪੈਂਦਾ ਹੈ। ਪਰ ਇਹ ਮੇਰੀ ਕਿਸਮਤ ਵਿੱਚ ਹੀ ਨਹੀਂ ਸੀ। ਜਦੋਂ ਮੈਂ ਪੜ੍ਹਾਈ ਕਰਨ ਤੋਂ ਬਾਅਦ ਨੌਕਰੀ ਲੈਣ ਲਈ ਨਿਕਲਿਆ ਤਾਂ ਮੈਨੂੰ ਅਹਿਸਾਸ ਹੋਇਆ ਕਿ ਤੁਹਾਡੀ ਸ਼ਖਸੀਅਤ ਤੁਹਾਡੀ ਕਾਬਲੀਅਤ ਨਾਲੋਂ ਬਿਹਤਰ ਹੋਣੀ ਚਾਹੀਦੀ ਹੈ, ਤਾਂ ਹੀ ਲੋਕ ਤੁਹਾਨੂੰ ਪਸੰਦ ਕਰਦੇ ਹਨ ਅਤੇ ਤੁਹਾਨੂੰ ਨੌਕਰੀ ਦਿੰਦੇ ਹਨ। ਜਦੋਂ ਮੈਂ ਨੌਕਰੀ ਦੀ ਇੰਟਰਵਿਊ ਲਈ ਇੱਕ ਜਗ੍ਹਾ ਗਿਆ ਤਾਂ ਉੱਥੇ 2-3 ਲੜਕੇ ਪਹਿਲਾਂ ਹੀ ਮੌਜੂਦ ਸਨ। ਉਹਨਾਂ ਦਾ ਕੱਦ ਲੰਬਾ ਸੀ ਅਤੇ ਦਿੱਖ ਵਿੱਚ ਸੁੰਦਰ ਸਨ। ਉਹਨਾਂ ਮੁੰਡਿਆਂ ਦੀ ਪੜ੍ਹਾਈ ਕੋਈ ਖਾਸ ਨਹੀਂ ਸੀ, ਪਰ ਉਹ ਮੇਰੇ ਮੁਕਾਬਲੇ ਬਹੁਤ ਚੰਗੇ ਦਿਖਦੇ ਸਨ। ਉਹਨਾਂ ਨੂੰ ਇਸ ਆਧਾਰ ਤੇ ਰੱਖ ਲਿਆ ਗਿਆ ਸੀ। ਤੰਗ ਆ ਕੇ ਮੈਂ ਇੱਕ ਸਕੂਲ ਵਿੱਚ ਅਧਿਆਪਕ ਬਣਨ ਬਾਰੇ ਸੋਚਿਆ, ਪਰ ਮੈਨੂੰ ਨਹੀਂ ਪਤਾ ਸੀ ਕਿ ਇੱਥੇ ਅਧਿਆਪਕ ਦੀ ਬਜਾਏ ਮਾਡਲਾਂ ਨੂੰ ਨੌਕਰੀ ਤੇ ਰੱਖਿਆ ਜਾਂਦਾ ਹੈ। ਜਿਵੇਂ ਹੀ ਮੈਂ ਇੰਟਰਵਿਊ ਦੇਣ ਲੱਗਾ ਤਾਂ ਉੱਥੇ 2 ਪ੍ਰਿੰਸੀਪਲ ਨੇ ਮੈਨੂੰ ਬਹੁਤ ਬੇਇੱਜ਼ਤ ਕੀਤਾ ਅਤੇ ਕਿਹਾ ਕਿ ਤੁਸੀਂ ਇੱਕ ਬੱਚੇ ਦੀ ਤਰ੍ਹਾਂ ਲੱਗਦੇ ਹੋ। ਲੱਗਦਾ ਹੈ ਜਿਵੇਂ ਤੁਸੀਂ 10ਵੀਂ ਕਲਾਸ ਦੇ ਵਿਦਿਆਰਥੀ ਹੋ। ਤੁਸੀਂ ਬੱਚਿਆਂ ਨੂੰ ਸੰਭਾਲ ਨਹੀਂ ਸਕੋਗੇ। ਉਹ ਤੁਹਾਨੂੰ ਆਪਣਾ ਅਧਿਆਪਕ ਨਹੀਂ ਬਲਕਿ ਆਪਣਾ ਸਹਿਪਾਠੀ ਸਮਝਣਗੇ। ਉਸ ਦੇ ਸ਼ਬਦਾਂ ਨੇ ਮੇਰੇ ਦਿਲ ਨੂੰ ਜ਼ਖਮੀ ਕਰ ਦਿੱਤਾ। ਜੇ ਮੇਰਾ ਕੱਦ ਛੋਟਾ ਸੀ ਕਿ ਇਹ ਮੇਰਾ ਕਸੂਰ ਸੀ? ਮੇਰਾ ਕੱਦ 4 ਫੁੱਟ 10 ਇੰਚ ਲੰਬਾ ਸੀ ਤਾਂ ਮੇਰੀ ਸਿਹਤ ਚੰਗੀ ਕਿਵੇਂ ਹੁੰਦੀ? ਕਿਸੇ ਗਰੀਬ ਨੂੰ 2 ਵਕਤ ਦੀ ਰੋਟੀ ਮਿਲ ਜਾਵੇ ਤਾਂ ਵੱਡੀ ਗੱਲ ਹੈ। ਦੁੱਧ, ਅੰਡੇ, ਫਲ, ਸਬਜ਼ੀਆਂ ਵਰਗੀਆਂ ਚੀਜ਼ਾਂ ਕਿੱਥੋਂ ਮਿਲਦੀਆਂ ਹਨ? ਮੈਂ ਆਪਣੀ ਬੇਇੱਜ਼ਤੀ ਕਰਾ ਕੇ ਬਹੁਤ ਰੋ ਰਿਹਾ ਸੀ। ਮੈਂ ਆਪਣੀ ਫਾਈਲ ਵਿੱਚ ਮੂੰਹ ਲੁਕੋ ਕੇ ਉੱਥੋਂ ਬਾਹਰ ਨਿਕਲਿਆ ਅਤੇ ਬਾਹਰ ਸੜਕ ਕਿਨਾਰੇ ਆ ਕੇ ਬੈਠ ਗਿਆ। ਹਰ ਕੋਈ ਆ ਜਾ ਰਿਹਾ ਸੀ, ਪਰ ਕੋਈ ਵੀ ਮੇਰੇ ਵੱਲ ਬਹੁਤਾ ਧਿਆਨ ਨਹੀਂ ਦੇ ਰਿਹਾ ਸੀ। ਮੈਂ ਉੱਥੇ ਬੈਠਾ ਰੋਂਦਾ ਰਿਹਾ ਤੇ ਰੋ ਕੇ ਆਪਣਾ ਦਿਲ ਹਲਕਾ ਕਰਨਾ ਚਾਹੁੰਦਾ ਸੀ। ਮੈਂ ਰੱਬ ਅੱਗੇ ਫਰਿਆਦ ਕਰਨ ਲੱਗਾ ਕਿ ਉਸਨੇ ਮੈਨੂੰ ਅਜਿਹਾ ਕਿਉਂ ਬਣਾਇਆ। ਜੇ ਉਸਨੇ ਮੈਨੂੰ ਹੋਰ ਲੋਕਾਂ ਵਾਂਗ ਚੰਗਾ, ਚੁਸਤ ਅਤੇ ਸਿਹਤਮੰਦ ਬਣਾਇਆ ਹੁੰਦਾ ਤਾਂ ਮੇਰੀ ਇਸ ਤਰ੍ਹਾਂ ਬੇਇੱਜ਼ਤੀ ਨਾ ਹੁੰਦੀ। ਲੋਕ ਮੈਨੂੰ ਕਿਤੇ ਵੀ ਕਿਸੇ ਦੇ ਸਾਹਮਣੇ ਬੇਇੱਜ਼ਤ ਕਰਦੇ ਸਨ। ਜਦੋਂ ਮੈਂ ਉਦਾਸ ਚਿਹਰੇ ਨਾਲ ਘਰ ਜਾਂਦਾ ਸੀ ਅਤੇ ਘਰਦਿਆਂ ਨੂੰ ਪਤਾ ਲੱਗਦਾ ਸੀ ਕਿ ਮੈਨੂੰ ਨੌਕਰੀ ਨਹੀਂ ਮਿਲੀ ਤਾਂ ਉਹਨਾਂ ਦਾ ਚਿਹਰਾ ਉਦਾਸ ਹੋ ਜਾਂਦਾ ਅਤੇ ਅੱਖਾਂ ਵਿੱਚ ਹੰਝੂ ਆ ਜਾਂਦੇ, ਕਿਉਂਕਿ ਮੇਰੇ ਪਿਤਾ ਜੀ ਵੀ ਬੁੱਢੇ ਹੋ ਰਹੇ ਸਨ। ਮੈਂ ਉਹਨਾਂ ਦਾ ਇੱਕੋ ਇੱਕ ਸਹਾਰਾ ਸੀ। ਮੈਂ ਆਪਣੀ ਸ਼ਰਮ ਕਾਰਨ ਆਪਣੇ ਪਿਤਾ ਨਾਲ ਅੱਖਾਂ ਨਹੀਂ ਮਿਲਾ ਸਕਿਆ।
ਮੈਂ ਸੜਕ ਕਿਨਾਰੇ ਬੈਠਾ ਅੱਖਾਂ ਤੇ ਹੱਥ ਰੱਖ ਕੇ ਰੋ ਰਿਹਾ ਸੀ ਅਤੇ ਆਪਣੀ ਕਿਸਮਤ ਨੂੰ ਕੋਸ ਰਿਹਾ ਸੀ ਕਿ ਮੇਰੀ ਕਿਸਮਤ 'ਚ ਹੰਝੂ ਹੀ ਲਿਖੇ ਸਨ। ਲੋਕ ਕਹਿੰਦੇ ਹਨ ਕਿ ਬੰਦਾ ਰੋਂਦਾ ਨਹੀਂ, ਪਰ ਲੋਕਾਂ ਨੂੰ ਕਿੰਜ ਪਤਾ ਲੱਗੇ ਕਿ ਬੰਦਾ ਵੀ ਦਰਦ ਮਹਿਸੂਸ ਕਰਦਾ ਹੈ। ਕਿਸਮਤ ਖਰਾਬ ਹੋਣ ਤੇ ਵੀ ਰੋਂਦਾ ਹੈ, ਪਰ ਸਭ ਦੇ ਸਾਹਮਣੇ ਨਹੀਂ ਰੋਂਦਾ। ਮੈਂ ਵੀ ਲੁਕ ਛਿਪ ਕੇ ਰੋ ਰਿਹਾ ਸੀ ਤਾਂ ਜੋ ਮੇਰੀ ਇੱਜ਼ਤ ਬਣੀ ਰਹੇ। ਮੈਂ ਲੋਕਾਂ ਦੇ ਸਾਹਮਣੇ ਆ ਕੇ ਆਪਣੇ ਆਪ ਨੂੰ ਦੁਬਾਰਾ ਅਪਮਾਨਿਤ ਨਹੀਂ ਕਰਨਾ ਚਾਹੁੰਦਾ ਸੀ। ਮੈਂ ਉੱਥੇ ਬੈਠਾ ਹੀ ਆਪਣੇ ਹੰਝੂ ਪੂੰਝ ਰਿਹਾ ਸੀ ਜਦੋਂ ਮੈਂ ਦੇਖਿਆ ਕਿ ਇੱਕ ਆਦਮੀ ਮੇਰੇ ਵੱਲ ਆ ਰਿਹਾ ਸੀ। ਮੇਰੇ ਨੇੜੇ ਆ ਕੇ ਉਸਨੇ ਬੜੇ ਪਿਆਰ ਭਰੇ ਲਹਿਜੇ ਵਿੱਚ ਪੁੱਛਿਆ। ਉਹ ਮੇਰੇ ਨੇੜੇ ਆ ਕੇ ਕਹਿਣ ਲੱਗਾ, ਕੀ ਹੋਇਆ ਬੇਟਾ, ਰੋ ਕਿਉਂ ਰਿਹਾ ਹੈ? ਕੀ ਸਕੂਲ ਦੇ ਅਧਿਆਪਕ ਨੇ ਤੁਹਾਨੂੰ ਕੁੱਟਿਆ ਹੈ ਜਾਂ ਕੁਝ ਹੋਰ ਹੈ? ਉਹ ਸ਼ਾਇਦ ਮੈਨੂੰ ਇਸ ਸਕੂਲ ਵਿੱਚ ਪੜ੍ਹਦਾ ਬੱਚਾ ਸਮਝ ਰਿਹਾ ਸੀ। ਜ਼ਿਆਦਾਤਰ ਲੋਕ ਮੈਨੂੰ ਬੱਚਾ ਸਮਝਦੇ ਸਨ ਕਿਉਂਕਿ ਮੇਰਾ ਕੱਦ ਅਤੇ ਸਿਹਤ ਅਜਿਹੀ ਸੀ। ਇਹ ਸੁਣ ਕੇ ਮੈਨੂੰ ਗੁੱਸਾ ਆ ਗਿਆ ਅਤੇ ਮੈਂ ਉਸ ਨੂੰ ਕਹਿਣ ਲੱਗਾ, ਹਾਂ, ਮੈਂ ਵੀ 9ਵੀਂ ਜਮਾਤ ਵਿੱਚ ਪੜ੍ਹਦਾ ਹਾਂ ਅਤੇ ਸਕੂਲ ਦੇ ਅਧਿਆਪਕ ਨੇ ਮੈਨੂੰ ਇਸ ਕਰਕੇ ਕੁੱਟਿਆ ਕਿਉਂਕਿ ਮੇਰੇ ਕੋਲ ਫੀਸ ਭਰਨ ਲਈ ਪੈਸੇ ਨਹੀਂ ਸਨ। ਇਹ ਗੱਲ ਸੀ, ਹੁਣ ਸੁਣ ਲਿਆ। ਮੈਂ ਆਪਣੀ ਫਾਈਲ ਚੁੱਕੀ ਤੇ ਅੱਗੇ ਤੁਰਨ ਲੱਗਾ। ਹਰ ਕੋਈ ਮੈਨੂੰ ਬੱਚਾ ਸਮਝ ਲੈਂਦਾ ਹੈ। ਕੀ ਮੇਰੀ ਦਿੱਖ ਇੰਨੀ ਮਾੜੀ ਹੈ ਕਿ ਹਰ ਕੋਈ ਮੈਨੂੰ ਬੱਚਾ ਸਮਝਦਾ ਹੈ ਅਤੇ ਜੋ ਕੁਝ ਮਨ ਵਿੱਚ ਆਉਂਦਾ ਹੈ ਕਹਿ ਦਿੰਦਾ ਹੈ? ਇਹ ਬੰਦਾ ਮੈਨੂੰ ਇਹ ਵੀ ਤਾਂ ਕਹਿ ਸਕਦਾ ਸੀ ਕਿ ਕੀ ਹੋਇਆ ਵੀਰ ਜੀ, ਤੁਸੀਂ ਫਿਕਰਮੰਦ ਕਿਉਂ ਬੈਠੇ ਹੋ? ਮੈਂ ਤਾਂ ਉੱਠ ਕੇ ਉੱਥੋਂ ਜਾ ਹੀ ਰਿਹਾ ਸੀ। ਫਿਰ ਅਚਾਨਕ ਉਸ ਆਦਮੀ ਨੇ ਮੈਨੂੰ ਬੁਲਾਇਆ ਅਤੇ ਮੇਰੇ ਕਦਮ ਰੁਕ ਗਏ। ਉਸਨੇ ਕਿਹਾ ਕਿ ਇਹ ਲੋ, ਮੇਰੇ ਤੋਂ ਪੈਸੇ ਲੈ ਲਓ। ਤੁਹਾਨੂੰ ਕਿੰਨੇ ਪੈਸੇ ਚਾਹੀਦੇ ਹਨ? ਮੈਂ ਦਿੰਦਾ ਹਾਂ। ਮੈਂ ਤਾਂ ਉਸ ਨੂੰ ਗੁੱਸੇ ਵਿੱਚ ਕਿਹਾ ਸੀ ਕਿ ਮੈਂ ਇਸ ਸਕੂਲ ਵਿੱਚ ਪੜ੍ਹਦਾ ਵਿਦਿਆਰਥੀ ਹਾਂ, ਪਰ ਉਹ ਮੇਰੀ ਗੱਲ ਨੂੰ ਸੱਚ ਸਮਝ ਗਿਆ। ਹੁਣ ਸ਼ਾਇਦ ਇਨਸਾਨੀਅਤ ਦੇ ਤੌਰ ਤੇ ਉਹ ਮੇਰੀ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਪਿੱਛੇ ਮੁੜ ਕੇ ਉਸ ਨੂੰ ਕੁਝ ਕਹਿਣਾ ਚਾਹੁੰਦਾ ਸੀ, ਪਰ ਮੈਂ ਕਿਹਾ ਕਿ ਮੈਨੂੰ ਲਗਭਗ 10,000 ਰੁਪਏ ਦੀ ਲੋੜ ਹੈ। ਮੈਨੂੰ ਨਹੀਂ ਪਤਾ ਸੀ ਕਿ ਇਹ ਸਭ ਮੇਰੇ ਮੂੰਹੋਂ ਕਿਵੇਂ ਨਿਕਲਿਆ, ਪਰ ਆਦਮੀ ਨੇ ਝੱਟ ਆਪਣੀ ਜੇਬ ਵਿੱਚੋਂ ਪਰਸ ਕੱਢ ਲਿਆ ਅਤੇ ਉਸਨੇ ਆਪਣੇ ਪਰਸ ਵਿੱਚੋਂ 10,000 ਰੁਪਏ ਕੱਢੇ ਅਤੇ ਮੇਰੇ ਹੱਥਾਂ ਤੇ ਰੱਖ ਕੇ ਕਿਹਾ ਕਿ ਮੇਰਾ ਘਰ ਇੱਥੋਂ ਥੋੜੀ ਦੂਰ ਹੈ। ਮੈਂ ਇੱਥੋਂ ਲੰਘ ਰਿਹਾ ਸੀ, ਮੈਂ ਤੁਹਾਨੂੰ ਰੋਂਦੇ ਦੇਖਿਆ ਤਾਂ ਮੈਂ ਸੋਚਿਆ ਮੈਂ ਪੁੱਛਾਂ, ਪਤਾ ਨਹੀਂ ਉਹ ਕਿਉਂ ਰੋ ਰਿਹਾ ਹੈ। ਜਦੋਂ ਵੀ ਤੁਹਾਨੂੰ ਮਦਦ ਦੀ ਲੋੜ ਹੋਵੇ ਤੁਸੀਂ ਮੈਨੂੰ ਦੱਸਣਾ। ਇਹ ਕਹਿ ਕੇ ਉਹ ਚਲਾ ਗਿਆ, ਪਰ ਮੈਂ ਸ਼ਰਮਿੰਦਗੀ ਕਾਰਨ ਉਸ ਵੱਲ ਨਹੀਂ ਦੇਖ ਸਕਿਆ। ਉਹ ਵਿਚਾਰਾ ਆਦਮੀ ਮੇਰੀ ਮਦਦ ਕਰ ਰਿਹਾ ਸੀ ਕਿਉਂਕਿ ਉਹ ਸੋਚਦਾ ਸੀ ਕਿ ਮੈਂ ਇਸ ਸਕੂਲ ਦਾ ਇੱਕ ਵਿਦਿਆਰਥੀ ਹਾਂ ਅਤੇ ਮੈਂ ਚਿੰਤਤ ਹਾਂ ਕਿਉਂਕਿ ਮੇਰੇ ਕੋਲ ਫੀਸਾਂ ਲਈ ਪੈਸੇ ਨਹੀਂ ਸਨ। ਜੇਕਰ ਉਸ ਨੂੰ ਪਤਾ ਲੱਗ ਜਾਂਦਾ ਕਿ ਮੈਂ 25 ਸਾਲਾਂ ਦਾ ਮੁੰਡਾ ਹਾਂ ਜੋ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨੌਕਰੀ ਦੀ ਭਾਲ ਵਿੱਚ ਘੁੰਮ ਰਿਹਾ ਹਾਂ, ਤਾਂ ਯਕੀਨਨ ਉਸ ਦਾ ਮੇਰੇ ਨਾਲ ਵਤੀਰਾ ਕੁਝ ਹੋਰ ਹੀ ਹੋਣਾ ਸੀ। ਜਦੋਂ ਮੈਂ ਪੈਸੇ ਲੈ ਕੇ ਘਰ ਗਿਆ ਤਾਂ ਮੇਰੀ ਮਾਂ ਬਹੁਤ ਖੁਸ਼ ਹੋਈ ਅਤੇ ਜਲਦੀ ਨਾਲ ਘਰ ਵਿੱਚ ਖਾਣਾ ਬਣਾਉਣ ਲਈ ਕੁਝ ਲੈਣ ਚਲੀ ਗਈ। ਮੈਨੂੰ ਬਹੁਤ ਬੁਰਾ ਲੱਗ ਰਿਹਾ ਸੀ ਕਿ ਮੈਂ ਕਿਸੇ ਤੋਂ ਗਲਤ ਤਰੀਕੇ ਨਾਲ ਮਦਦ ਲਈ। ਅਗਲੇ ਦਿਨ ਫਿਰ ਉਹੀ ਆਦਮੀ ਦੁਬਾਰਾ ਉਸੇ ਰਸਤੇ ਤੇ ਮੈਨੂੰ ਮਿਲਿਆ। ਉਸ ਨੂੰ ਦੇਖ ਕੇ ਮੇਰਾ ਦਿਲ ਕੀਤਾ ਕਿ ਮੈਂ ਉਸ ਨੂੰ ਸੱਚ ਦੱਸ ਦੇਣਾ ਚਾਹੀਦਾ ਹੈ, ਪਰ ਸੱਚ ਜਾਣ ਕੇ ਉਸ ਦੇ ਪਿਆਰ ਬਾਰੇ ਸੋਚ ਕੇ ਮੈਂ ਆਪਣੇ ਦਿਲ ਵਿੱਚੋਂ ਇਹ ਇਰਾਦਾ ਕੱਢ ਦਿੱਤਾ। ਮੇਰੇ ਵੱਲ ਦੇਖ ਕੇ ਉਹ ਆਦਮੀ ਬੋਲਿਆ, ਜੇ ਤੂੰ ਨੌਕਰੀ ਲੱਭ ਰਿਹਾ ਹੈ ਤਾਂ ਮੈਂ ਤੈਨੂੰ ਨੌਕਰੀ ਦੇ ਸਕਦਾ ਹਾਂ। ਮੈਂ ਜਾਣਦਾ ਹਾਂ ਕਿ ਤੁਸੀਂ ਇੱਕ ਬੇਸਹਾਰਾ ਲੜਕਾ ਹੋ ਅਤੇ ਤੁਹਾਨੂੰ ਨੌਕਰੀ ਦੀ ਲੋੜ ਹੈ। ਮੈਂ ਹੈਰਾਨੀ ਨਾਲ ਉਸ ਵੱਲ ਦੇਖਿਆ ਅਤੇ ਉਸ ਦੇ ਨੇੜੇ ਜਾ ਕੇ ਕਿਹਾ, ਇਸ ਦਾ ਮਤਲਬ ਹੈ ਕਿ ਤੁਸੀਂ ਜਾਣਦੇ ਹੋ ਕਿ ਮੈਂ ਇਸ ਸਕੂਲ ਦਾ ਵਿਦਿਆਰਥੀ ਨਹੀਂ ਹਾਂ। ਉਹ ਬਹੁਤ ਹੈਰਾਨ ਹੋਇਆ ਅਤੇ ਬੋਲਿਆ, ਹਾਂ, ਮੈਂ ਸਮਝ ਗਿਆ ਸੀ ਕਿਉਂਕਿ ਤੁਹਾਡੇ ਮੋਢੇ ਤੇ ਸਕੂਲ ਬੈਗ ਨਹੀਂ ਸੀ, ਸਗੋਂ ਤੁਹਾਡੇ ਹੱਥ ਵਿੱਚ ਇੰਟਰਵਿਊ ਦੀ ਫਾਈਲ ਸੀ। ਮੈਂ ਹੈਰਾਨ ਹੋ ਕੇ ਉਸ ਨੂੰ ਪੁੱਛਿਆ ਕਿ ਤੁਸੀਂ ਸਭ ਕੁਝ ਜਾਣਦੇ ਹੋਏ ਵੀ ਮੇਰੀ ਮਦਦ ਕਿਉਂ ਕੀਤੀ? ਉਹ ਕਹਿਣ ਲੱਗਾ ਕਿ ਕੱਲ ਮੈਂ ਤੁਹਾਡੀ ਮਦਦ ਕਰਨ ਆਇਆ ਸੀ। ਇਹ ਸੰਭਵ ਹੈ ਕਿ ਤੁਸੀਂ ਵੀ ਭਵਿੱਖ ਵਿੱਚ ਮੇਰੀ ਮਦਦ ਕਰ ਸਕਦੇ ਹੋ। ਮੈਂ ਕਿਹਾ, ਤੁਹਾਡਾ ਕੀ ਮਤਲਬ ਹੈ? ਮੈਂ ਤੁਹਾਡੀ ਮਦਦ ਕਿਵੇਂ ਕਰ ਸਕਦਾ ਹਾਂ? ਉਸਨੇ ਕਿਹਾ, ਇਹ ਸਭ ਛੱਡੋ, ਦੱਸੋ ਤੁਸੀਂ ਨੌਕਰੀ ਲੱਭ ਰਹੇ ਹੋ? ਮੈਂ ਕਿਹਾ, ਹਾਂ, ਮੈਂ ਕੋਈ ਵੀ ਕੰਮ ਕਰਨ ਲਈ ਤਿਆਰ ਹਾਂ। ਜੋ ਕੰਮ ਤੁਸੀਂ ਮੇਰੇ ਤੋਂ ਕਰਵਾਓਗੇ ਮੈਂ ਉਹੀ ਕਰਾਂਗਾ। ਉਹ ਵਿਅਕਤੀ ਕਹਿਣ ਲੱਗਾ ਕਿ ਮੇਰਾ ਨਾਮ ਅਨੂਪ ਹੈ ਅਤੇ ਮੈਂ ਆਟੋ ਰਿਕਸ਼ਾ ਚਾਲਕ ਹਾਂ। ਮੇਰਾ ਇੱਕ ਦੋਸਤ ਹੈ, ਉਸਨੇ ਮੈਨੂੰ ਦੱਸਿਆ ਕਿ ਉਸ ਨੂੰ ਦੁਬਈ ਵਿੱਚ ਕੰਮ ਕਰਨ ਲਈ ਲੜਕਿਆਂ ਦੀ ਲੋੜ ਹੈ ਅਤੇ ਆਟੋ ਦੀ ਕਮਾਈ ਨਾਲ ਮੇਰਾ ਪਰਿਵਾਰ ਵਧੀਆ ਚੱਲ ਰਿਹਾ ਹੈ, ਪਰ ਇਸ ਨੂੰ ਖਰੀਦਣ ਲਈ
ਪੈਸੇ ਵੀ ਹੋਣੇ ਚਾਹੀਦੇ ਹਨ। ਸ਼ਾਇਦ ਤੁਹਾਡੇ ਕੋਲ ਆਪਣਾ ਆਟੋ ਖਰੀਦਣ ਲਈ ਪੈਸੇ ਵੀ ਨਹੀਂ ਹੋਣਗੇ। ਇਸੇ ਲਈ ਮੈਂ ਤੁਹਾਨੂੰ ਦੁਬਈ ਵਿੱਚ ਇਸ ਨੌਕਰੀ ਬਾਰੇ ਦੱਸਣ ਬਾਰੇ ਸੋਚਿਆ। ਮੇਰਾ ਦੋਸਤ ਤੁਹਾਨੂੰ ਆਪਣੇ ਨਾਲ ਲੈ ਜਾਵੇਗਾ ਅਤੇ ਤੁਹਾਨੂੰ ਉੱਥੇ ਕੰਮ ਵੀ ਦਿਵਾਵੇਗਾ ਅਤੇ ਉਹ ਖਰਚੇ ਦੀ ਜ਼ਿੰਮੇਵਾਰੀ ਵੀ ਲਵੇਗਾ। ਉਸ ਆਦਮੀ ਦੀ ਇਹ ਗੱਲ ਸੁਣ ਕੇ ਮੈਂ ਬਹੁਤ ਖੁਸ਼ ਹੋਇਆ। ਉਸਨੇ ਦੱਸਿਆ ਕਿ ਪਰ ਇੱਕ ਸ਼ਰਤ ਹੈ। ਮੈਂ ਖੁਸ਼ੀ ਨਾਲ ਪੁੱਛਿਆ ਕਿ ਇਹ ਕਿਹੜੀ ਸ਼ਰਤ ਹੈ। ਮੈਂ ਮਨ ਹੀ ਮਨ ਵਿੱਚ ਸੋਚਣ ਲੱਗਾ ਕਿ ਜੇ ਕਿਸੇ ਨੂੰ ਇਸ ਤਰ੍ਹਾਂ ਦੁਬਈ ਜਾਣ ਦਾ ਮੌਕਾ ਮਿਲ ਰਿਹਾ ਹੈ ਤਾਂ ਕੋਈ ਪਾਗਲ ਹੀ ਹੋਵੇਗਾ ਜੋ ਇਨਕਾਰ ਕਰੇਗਾ। ਭਾਰਤ ਵਿੱਚ ਰਹਿਣ ਵਾਲੇ ਜ਼ਿਆਦਾਤਰ ਲੋਕ ਵਿਦੇਸ਼ ਜਾ ਕੇ ਕੰਮ ਕਰਨਾ ਚਾਹੁੰਦੇ ਹਨ। ਮੇਰਾ ਵੀ ਇਹੀ ਇਰਾਦਾ ਸੀ, ਕਿਉਂਕਿ ਮੈਂ ਦੇਖਿਆ ਸੀ ਕਿ ਸਾਡੇ ਰਿਸ਼ਤੇਦਾਰੀ ਵਿੱਚ ਮੁੰਡੇ ਵਿਦੇਸ਼ ਵਿੱਚ ਕੰਮ ਕਰਨ ਗਏ ਹਨ। ਉਹ ਸਾਰੇ ਬਹੁਤ ਅਮੀਰ ਹੋ ਗਏ ਹਨ ਅਤੇ ਉਹਨਾਂ ਦੇ ਪਰਿਵਾਰ ਵੀ ਭਾਰਤ ਵਿੱਚ ਵਧੀਆ ਜੀਵਨ ਬਤੀਤ ਕਰ ਰਹੇ ਹਨ। ਜਦੋਂ ਮੈਂ ਆਪਣੇ ਪਿਤਾ ਜੀ ਨੂੰ 2-3 ਵਾਰ ਵਿਦੇਸ਼ ਕੰਮ ਕਰਨ ਬਾਰੇ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਬੇਟਾ, ਵਿਦੇਸ਼ ਜਾਣ ਲਈ ਬਹੁਤ ਪੈਸੇ ਖਰਚ ਹੁੰਦੇ ਹਨ ਅਤੇ ਸਾਡੇ ਕੋਲ ਘਰ ਵਿੱਚ ਰੋਟੀ ਖਾਣ ਲਈ ਵੀ ਪੈਸੇ ਨਹੀਂ ਹਨ। ਇਨ੍ਹਾਂ ਹਾਲਾਤਾਂ ਵਿੱਚ ਅਸੀਂ ਤੁਹਾਨੂੰ ਬਾਹਰ ਭੇਜਣ ਲਈ ਪੈਸੇ ਕਿੱਥੋਂ ਲਿਆਵਾਂਗੇ। ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਇੱਕ ਦਿਨ ਮੇਰੀ ਕਿਸਮਤ ਮੈਨੂੰ ਦੁਬਈ ਜਾਣ ਲਈ ਮੌਕਾ ਦੇਵੇਗੀ। ਪਰ ਉਸ ਆਦਮੀ ਦੀ ਦੱਸੀ ਸ਼ਰਤ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਹ ਸ਼ਰਤ ਅਜਿਹੀ ਸੀ ਕਿ ਸੁਣ ਕੇ ਮੈਂ ਝੱਟ ਕਿਹਾ ਕਿ ਨਹੀਂ ਬਾਈ, ਮੈਂ ਅਜਿਹੀ ਸ਼ਰਤ ਕਦੇ ਵੀ ਸਵੀਕਾਰ ਨਹੀਂ ਕਰ ਸਕਦਾ। ਉਸ ਆਦਮੀ ਦੀ ਸ਼ਰਤ ਇਹ ਸੀ ਕਿ ਮੈਨੂੰ ਆਪਣੀ ਪਛਾਣ ਛੁਪਾਉਣੀ ਪਵੇਗੀ। ਜਦੋਂ ਮੈਂ ਇਸ ਦਾ ਮਤਲਬ ਪੁੱਛਿਆ ਤਾਂ ਉਸਨੇ ਕਿਹਾ ਕਿ ਤੁਸੀਂ ਦੁਬਈ ਜਾ ਕੇ ਚੰਗੇ ਪੈਸੇ ਕਮਾ ਸਕਦੇ ਹੋ, ਜਿਸ ਨਾਲ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਅਤੇ ਤੁਹਾਡੇ ਘਰ ਦੇ ਹਾਲਾਤ ਵੀ ਬਹੁਤ ਵਧੀਆ ਹੋ ਜਾਣਗੇ। ਜੇਕਰ ਤੁਸੀਂ ਉੱਥੇ ਜਾ ਕੇ ਆਪਣੀ ਉਮਰ 15 ਸਾਲ ਦੱਸ ਦਿੰਦੇ ਹੋ ਪਰ ਕਿਸੇ ਨੂੰ ਇਹ ਪਤਾ ਨਾ ਲੱਗੇ ਕਿ ਤੁਹਾਡੀ ਉਮਰ 25 ਸਾਲ ਹੈ, ਨਹੀਂ ਤਾਂ ਤੁਹਾਨੂੰ ਉੱਥੇ ਨੌਕਰੀ ਨਹੀਂ ਮਿਲੇਗੀ। ਪਰ ਜੇ ਤੁਸੀਂ ਆਪਣੇ ਆਪ ਨੂੰ 15 ਸਾਲ ਦਾ ਲੜਕਾ ਦੱਸਦੇ ਹੋ ਤਾਂ ਤੁਹਾਨੂੰ ਉੱਥੇ ਸ਼ਾਨਦਾਰ ਨੌਕਰੀ ਮਿਲੇਗੀ, ਜਿਸ ਨਾਲ ਤੁਹਾਡੇ ਪਰਿਵਾਰ ਦੇ ਮੈਂਬਰ ਵੀ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰਨਗੇ ਅਤੇ ਤੁਸੀਂ ਵੀ। ਪਤਾ ਨਹੀਂ ਕਿਉਂ ਉਹ ਅਜਿਹੀ ਸ਼ਰਤ ਮੇਰੇ ਸਾਹਮਣੇ ਰੱਖ ਰਿਹਾ ਸੀ। ਇਹ ਸਹੀ ਸੀ। ਮੇਰੀ ਸਿਹਤ ਅਤੇ ਕੱਦ ਇਸ ਤਰ੍ਹਾਂ ਦਾ ਸੀ ਕਿ ਮੈਂ ਸੱਚਮੁੱਚ ਇੱਕ 14-15 ਸਾਲ ਦੇ ਲੜਕੇ ਵਰਗਾ ਲੱਗਦਾ ਸੀ। ਪਰ ਗੱਲ ਇਹ ਵੀ ਸੀ ਕਿ ਇੰਨੇ ਛੋਟੇ ਮੁੰਡੇ ਨੂੰ ਨੌਕਰੀ ਕੌਣ ਦੇ ਸਕਦਾ ਹੈ। ਮੈਂ ਕਿਹਾ, ਮੈਨੂੰ ਸੋਚਣ ਦਾ ਸਮਾਂ ਦਿਓ। ਮੈਂ ਆਪਣੇ ਪਰਿਵਾਰ ਤੋਂ ਇਜਾਜ਼ਤ ਲੈ ਕੇ ਹੀ ਕੋਈ ਜਵਾਬ ਦੇ ਸਕਦਾ ਹਾਂ। ਉਸ ਤੋਂ ਬਾਅਦ ਮੈਂ ਆਪਣੇ ਘਰ ਆ ਗਿਆ। ਮੈਂ 2 ਦਿਨ ਦਾ ਸਮਾਂ ਲਿਆ ਸੀ ਕਿ ਮੈਂ ਤੁਹਾਨੂੰ 2 ਦਿਨਾਂ ਬਾਅਦ ਆਪਣਾ ਫੈਸਲਾ ਦੱਸਾਂਗਾ। ਪਰ ਭਾਰਤ ਵਿੱਚ ਮੇਰਾ ਕੋਈ ਭਵਿੱਖ ਨਹੀਂ ਸੀ। ਮੇਰੇ ਤੋਂ ਛੋਟੀ ਭੈਣ 23 ਸਾਲਾਂ ਦੀ ਸੀ ਅਤੇ ਦੂਜੀ ਭੈਣ ਦੀ ਉਮਰ 22 ਸਾਲ ਸੀ। ਮੈਂ ਉਹਨਾਂ ਦੇ ਵਿਆਹ ਵੀ ਕਰਨੇ ਸਨ। ਸਾਰੀਆਂ ਭੈਣਾਂ ਦੇ ਵਿਆਹ ਦੀ ਜ਼ਿੰਮੇਵਾਰੀ ਮੇਰੇ ਸਿਰ ਹੀ ਸੀ। ਮੇਰੀਆਂ ਭੈਣਾਂ ਦੇ ਰਿਸ਼ਤੇ ਵੀ ਇਸ ਲਈ ਨਹੀਂ ਹੋਏ ਸਨ ਕਿਉਂਕਿ ਲੋਕ ਜਾਣਦੇ ਸਨ ਕਿ ਮੈਂ ਆਪਣੀਆਂ ਭੈਣਾਂ ਨੂੰ ਜ਼ਿਆਦਾ ਦਾਜ ਨਹੀਂ ਦੇ ਸਕਾਂਗਾ। ਮੈਂ ਵਿਆਹ ਦੀ ਉਮਰ ਨੂੰ ਪਹੁੰਚ ਰਿਹਾ ਸੀ। ਮੈਂ ਆਪਣੀਆਂ ਭੈਣਾਂ ਨਾਲੋਂ ਵੱਡਾ ਸੀ ਪਰ ਮੇਰੇ ਵਿਆਹ ਦੀ ਕੋਈ ਉਮੀਦ ਨਹੀਂ ਸੀ। ਇਸ ਲਈ ਪਹਿਲਾਂ ਮੈਨੂੰ ਆਪਣੀਆਂ ਭੈਣਾਂ ਦੇ ਵਿਆਹ ਬਾਰੇ ਸੋਚਣਾ ਪਿਆ। ਘਰ ਦੇ ਹਾਲਾਤ ਦੇਖ ਕੇ ਮੈਂ ਫੈਸਲਾ ਕਰ ਲਿਆ ਸੀ ਕਿ ਜਿਵੇਂ ਉਹ ਬੰਦਾ ਕਹਿ ਰਿਹਾ ਸੀ ਮੈਂ ਉਹੀ ਕਰਾਂਗਾ ਅਤੇ ਸਵੇਰੇ ਮੈਂ ਉਸ ਆਦਮੀ ਨੂੰ ਕਿਹਾ ਕਿ ਜੋ ਤੁਸੀਂ ਕਹੋਗੇ ਉਹ ਹੋਵੇਗਾ। ਮੈਂ ਕੰਮ ਕਰਨ ਲਈ ਤਿਆਰ ਹਾਂ। ਮੈਂ ਆਪਣੇ ਪਰਿਵਾਰ ਨੂੰ ਝੂਠ ਬੋਲਿਆ ਸੀ ਕਿ ਇੱਕ ਚੰਗੀ ਕੰਪਨੀ ਨੇ ਮੈਨੂੰ ਦੁਬਈ ਬੁਲਾਇਆ ਸੀ। ਹੁਣ ਮੈਂ ਉਹਨਾਂ ਨੂੰ ਆਪਣੇ ਕੰਮ ਬਾਰੇ ਕੀ ਦੱਸਾਂ ਜਦੋਂ ਕਿ ਮੈਂ ਖੁਦ ਨਹੀਂ ਜਾਣਦਾ ਸੀ ਕਿ ਮੈਂ ਉੱਥੇ ਕੀ ਕੰਮ ਕਰਨਾ ਸੀ। ਫਿਲਹਾਲ ਕੁਝ ਦਿਨਾਂ ਬਾਅਦ ਮੈਂ ਦੁਬਈ ਚਲਾ ਗਿਆ। ਉਸ ਆਦਮੀ ਨੇ ਕਿਹਾ ਸੀ ਕਿ ਮੇਰਾ ਦੋਸਤ ਤੁਹਾਨੂੰ ਲੈਣ ਲਈ ਉੱਥੇ ਆਵੇਗਾ ਅਤੇ ਉਹ ਤੁਹਾਨੂੰ ਕੰਮ ਦਾ ਸਾਰਾ ਬਰੇਵਾ ਵੀ ਦੱਸੇਗਾ। ਆਖਰ ਕਾਫੀ ਦੇਰ ਇੰਤਜ਼ਾਰ ਤੋਂ ਬਾਅਦ ਇੱਕ ਸੋਹਣਾ ਆਦਮੀ ਮੈਨੂੰ ਲੈਣ ਆਇਆ ਅਤੇ ਕਹਿਣ ਲੱਗਾ, ਮੇਰੇ ਨਾਲ ਚੱਲ, ਮੈਂ ਤੈਨੂੰ ਲੈਣ ਆਇਆ ਹਾਂ। ਮੈਂ ਬਹੁਤ ਹੈਰਾਨ ਸੀ ਕਿ ਮੇਰੇ ਨਾਲ ਇਹ ਕੀ ਹੋ ਰਿਹਾ। ਮੈਨੂੰ ਨਹੀਂ ਪਤਾ ਸੀ ਕਿ ਮੈਨੂੰ ਇੱਥੇ ਕਿਸ ਮਕਸਦ ਲਈ ਬੁਲਾਇਆ ਗਿਆ ਸੀ ਅਤੇ ਮੇਰੇ ਵਿੱਚ ਉਸ ਆਦਮੀ ਨੂੰ ਪੁੱਛਣ ਦੀ ਹਿੰਮਤ ਨਹੀਂ ਸੀ ਕਿਉਂਕਿ ਉਹ ਬਹੁਤ ਸੀਰੀਅਸ ਵਿਅਕਤੀ ਵਰਗਾ ਲੱਗਦਾ ਸੀ। ਉਸਨੇ ਮੈਨੂੰ ਵੀ ਵੱਡੀ ਕਾਰ ਵਿੱਚ ਬੈਠਣ ਲਈ ਕਿਹਾ। ਮੈਂ ਕਾਰ ਵਿੱਚ ਬੈਠ ਗਿਆ ਅਤੇ ਕਰੀਬ 1 ਘੰਟੇ ਦੇ ਸਫ਼ਰ ਤੋਂ ਬਾਅਦ ਉਸਨੇ ਇੱਕ ਵੱਡੇ ਬੰਗਲੇ ਦੇ ਸਾਹਮਣੇ ਕਾਰ ਰੋਕ ਦਿੱਤੀ ਅਤੇ ਮੇਰੇ ਹੱਥ ਤੇ ਇੱਕ ID ਕਾਰਡ ਰੱਖ ਕੇ ਮੈਨੂੰ ਅੰਦਰ ਜਾ ਕੇ ਦਿਖਾਉਣ ਲਈ ਕਿਹਾ। ਇਸ ਅਨੁਸਾਰ ਤੁਹਾਡੀ ਉਮਰ 15 ਸਾਲ ਹੈ ਅਤੇ ਤੁਹਾਡਾ ਨਾਮ ਮੋਹਿਤ ਹੈ ਅਤੇ ਜੇਕਰ ਤੁਸੀਂ ਆਪਣਾ ਅਸਲੀ ਨਾਮ ਕਿਸੇ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਸਾਵਧਾਨ ਰਹੋ। ਇੱਥੋਂ ਦੇ ਲੋਕ ਤੁਹਾਨੂੰ ਸਾਰੀ ਉਮਰ ਲਈ ਜੇਲ੍ਹ ਵਿੱਚ ਸੁੱਟ ਦੇਣਗੇ। ਉਸ ਦੇ ਡਰਾਵਨੇ ਸ਼ਬਦ ਸੁਣ ਕੇ ਮੈਂ ਹੈਰਾਨ ਰਹਿ ਗਿਆ ਅਤੇ ਮੈਂ ਡਰਨ ਲੱਗਾ ਕਿਉਂਕਿ ਇਹ ਮੇਰੇ ਲਈ ਅਣਜਾਣ ਦੇਸ਼ ਅਤੇ ਇੱਥੇ ਮੇਰਾ ਆਪਣਾ ਕੋਈ ਨਹੀਂ ਸੀ। ਇਸ ਲਈ ਮੈਂ ਉਸ ਨੂੰ ਕੁਝ ਨਹੀਂ ਕਹਿ ਸਕਿਆ।
ਪਤਾ ਨਹੀਂ ਕਿਉਂ ਮੈਨੂੰ ਅਜਿਹਾ ਮਹਿਸੂਸ ਹੋਣ ਲੱਗਾ ਜਿਵੇਂ ਮੈਂ ਕਿਸੇ ਕਿਸਮ ਦੀ ਜੇਲ੍ਹ ਵਿੱਚ ਸੀ। ਉਹ ਮੈਨੂੰ ਆਪਣੇ ਨਾਲ ਲੈ ਕੇ ਘਰ ਦੇ ਅੰਦਰ ਆ ਗਿਆ। ਇਹ ਦੁਬਈ ਦੇ ਇੱਕ ਸ਼ੇਖ ਦਾ ਘਰ ਸੀ, ਜਿਸ ਦੀ ਪਤਨੀ ਸੋਹਣੇ ਕੱਪੜੇ ਪਾ ਕੇ ਮੇਰੇ ਸਾਹਮਣੇ ਆਈ ਅਤੇ ਸਿਰ ਤੋਂ ਪੈਰਾਂ ਤੱਕ ਮੈਨੂੰ ਦੇਖਣ ਲੱਗੀ। ਮੈਂ ਇਸ ਔਰਤ ਤੋਂ ਡਰ ਗਿਆ ਸੀ। ਮੈਂ ਨੇੜਿਓਂ ਦੇਖਿਆ ਤਾਂ ਉਹ ਮੇਰੇ ਤੋਂ ਕਈ ਸਾਲ ਵੱਡੀ ਜਾਪਦੀ ਸੀ। ਉਸ ਦੀ ਉਮਰ 35 ਸਾਲ ਦੇ ਆਸ-ਪਾਸ ਹੋਵੇਗੀ, ਪਰ ਉਸ ਸਮੇਂ ਮੈਨੂੰ ਥੋੜੀ ਜਿਹੀ ਐਕਟਿੰਗ ਕਰਨੀ ਪਈ ਤਾਂ ਕਿ ਉਸ ਨੂੰ ਲੱਗੇ ਕਿ ਮੈਂ 15 ਸਾਲ ਦਾ ਨਾਬਾਲਗ ਬੱਚਾ ਹਾਂ। ਉਸ ਆਦਮੀ ਨੇ ਮੈਨੂੰ ਜਾਣ ਵੇਲੇ ਦੱਸਿਆ ਕਿ ਹੁਣ ਤੁਹਾਨੂੰ ਇੱਥੇ ਹੀ ਰਹਿਣਾ ਪਵੇਗਾ। ਤੁਹਾਡਾ ਕੰਮ ਸਿਰਫ ਇਹ ਹੈ ਕਿ ਤੁਸੀਂ ਮਾਲਕਨ ਦੇ ਪੂਰੇ ਘਰ ਦੀ ਸਫਾਈ ਕਰਨੀ ਹੈ ਅਤੇ ਮਾਲਕਨ ਦੀ ਦੇਖਭਾਲ ਕਰਨੀ ਹੈ, ਅਤੇ ਤੁਸੀਂ ਉਹੀ ਕਰਨਾ ਹੈ ਜੋ ਮਾਲਕਨ ਕਹੇ। ਬਦਲੇ ਵਿੱਚ ਤੁਸੀਂ ਭਾਰਤ ਵਿੱਚ ਆਪਣੇ ਘਰ 5 ਲੱਖ ਭੇਜ ਸਕੋਗੇ। ਮੈਂ 5 ਲੱਖ ਸੁਣ ਕੇ ਹੈਰਾਨ ਰਹਿ ਗਿਆ। ਇੰਨੇ ਪੈਸੇ ਹੋਣ ਬਾਰੇ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ। ਮੈਂ ਦੁਬਈ ਦੀ ਭਾਸ਼ਾ ਨਹੀਂ ਸਮਝ ਸਕਦਾ ਸੀ, ਪਰ ਮੈਂ ਕੁਝ ਬੋਲ ਸਕਦਾ ਸੀ। ਮੈਂ ਸੋਚਿਆ ਸੀ ਕਿ ਮੋਬਾਈਲ ਰਾਹੀਂ ਸਾਰੀਆਂ ਭਾਸ਼ਾਵਾਂ ਸਿੱਖ ਲਵਾਂਗਾ। ਮਾਲਕਨ ਨੂੰ ਲੱਗਾ ਕਿ ਸ਼ਾਇਦ ਮੈਂ ਉਸ ਦੀ ਭਾਸ਼ਾ ਨਹੀਂ ਸਮਝ ਰਿਹਾ ਸੀ, ਇਸੇ ਲਈ ਉਹ ਮੈਨੂੰ ਸਾਰਾ ਘਰ ਸਾਫ਼ ਕਰਨ ਦਾ ਇਸ਼ਾਰਾ ਕਰ ਰਹੀ ਸੀ। ਮੈਂ ਜਾਂਦੇ ਸਾਰ ਹੀ ਆਪਣੇ ਕੰਮ ਵਿੱਚ ਰੁੱਝ ਗਿਆ ਅਤੇ ਪੂਰੇ ਘਰ ਦੀ ਸਫਾਈ ਕਰਨ ਲੱਗ ਪਿਆ। ਮੈਂ ਆਪਣਾ ਕੰਮ ਪੂਰੀ ਤਨਦੇਹੀ ਨਾਲ ਕਰਦਾ ਸੀ ਅਤੇ ਮਨ ਹੀ ਮਨ ਵਿੱਚ ਸੋਚਣ ਲੱਗਾ ਕਿ ਭਾਰਤ ਵਿੱਚ ਬੈਠੇ ਲੋਕਾਂ ਲਈ ਬਾਹਰ ਦੀ ਦੁਨੀਆ ਇੱਕ ਸਵਰਗ ਵਰਗੀ ਹੁੰਦੀ ਹੈ। ਉਹਨਾਂ ਨੂੰ ਕੀ ਪਤਾ ਕਿ ਬਾਹਰ ਜਾ ਕੇ ਕੀ ਕਰਨਾ ਪੈਂਦਾ ਹੈ ਅਤੇ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਇੰਨਾ ਪੜ੍ਹਿਆ ਲਿਖਿਆ ਹੋਣ ਦੇ ਬਾਵਜੂਦ ਵੀ ਮੈਂ ਇੱਥੇ ਨੌਕਰ ਦਾ ਕੰਮ ਹੀ ਕਰ ਰਿਹਾ ਸੀ। ਫਿਲਹਾਲ ਮੈਨੂੰ ਚੰਗੇ ਪੈਸੇ ਮਿਲ ਰਹੇ ਸਨ। ਇਸ ਤੋਂ ਬਾਅਦ ਔਰਤ ਨੇ ਮੈਨੂੰ ਸਟੋਰ ਰੂਮ ਸਾਫ਼ ਕਰਨ ਲਈ ਕਿਹਾ। ਉਹ ਸ਼ੇਖ ਦੀ ਪਤਨੀ ਭਾਵ ਮੇਰੀ ਮਾਲਕਣ ਬਹੁਤ ਸੁੰਦਰ ਔਰਤ ਸੀ। 35 ਸਾਲ ਦੀ ਹੋਣ ਦੇ ਬਾਵਜੂਦ ਉਹ ਬਿਲਕੁਲ 20 ਸਾਲ ਦੀ ਮੁਟਿਆਰ ਵਰਗੀ ਲੱਗ ਰਹੀ ਸੀ। ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਉਸ ਦਾ ਪਤੀ ਮਹੀਨੇ ਵਿੱਚ ਸਿਰਫ ਇੱਕ ਦਿਨ ਉਸ ਕੋਲ ਆਉਂਦਾ ਸੀ, ਕਿਉਂਕਿ ਉਹ ਆਪਣੇ ਪਤੀ ਦੀ ਚੌਥੀ ਪਤਨੀ ਸੀ। ਸ਼ੇਖ ਲੋਕ ਵੈਸੇ ਵੀ ਕਈ ਵਾਰ ਵਿਆਹ ਕਰਦੇ ਹਨ, ਪਰ ਮੈਨੂੰ ਆਪਣੀ ਮਾਲਕਣ ਦਾ ਵਿਵਹਾਰ ਬਹੁਤ ਅਜੀਬ ਲੱਗਿਆ, ਕਿਉਂਕਿ ਆਮ ਦਿਨਾਂ ਵਿੱਚ ਉਹ ਬਹੁਤ ਵਧੀਆ ਕੱਪੜੇ ਪਾਉਂਦੀ ਸੀ, ਪਰ ਉਹਨਾਂ ਦਿਨਾਂ ਵਿੱਚ ਜਦੋਂ ਉਸ ਦਾ ਪਤੀ ਆਉਂਦਾ ਸੀ ਉਹ ਆਪਣੇ ਆਪ ਨੂੰ ਅਜੀਬੋ-ਗਰੀਬ ਦਿਖਾਉਂਦੀ ਸੀ। ਸਾਦੇ ਕੱਪੜੇ ਪਹਿਨਦੀ ਅਤੇ ਮੇਕਅਪ ਤੋਂ ਬਿਨਾਂ ਘਰ ਵਿੱਚ ਘੁੰਮਦੀ ਰਹਿੰਦੀ। ਮੈਨੂੰ ਮਾਲਕਣ ਦੇ ਇਸ ਵਿਵਹਾਰ ਬਾਰੇ ਕੁਝ ਸਮਝ ਨਹੀਂ ਆ ਰਿਹਾ ਸੀ ਅਤੇ ਮੈਂ ਹੈਰਾਨ ਸੀ ਕਿ ਉਹ ਅਜਿਹਾ ਕਿਉਂ ਕਰਦੀ ਹੈ। ਮੇਰੇ ਤੋਂ ਇਲਾਵਾ ਘਰ ਵਿੱਚ ਕੋਈ ਵੀ ਨੌਕਰ ਮੌਜੂਦ ਨਹੀਂ ਸੀ ਜਿਸ ਤੋਂ ਮੈਂ ਅਜਿਹਾ ਕਰਨ ਦਾ ਕਾਰਨ ਪੁੱਛ ਸਕਦਾ। ਜਦੋਂ ਵੀ ਮਾਲਕ ਆਉਂਦਾ ਸੀ ਤਾਂ ਮਾਲਕਣ ਆਪਣੇ ਹੱਥੀਂ ਖਾਣਾ ਤਿਆਰ ਕਰਦੀ ਸੀ। ਇਸੇ ਤਰ੍ਹਾਂ ਮਹੀਨੇ ਦੇ 2 ਦਿਨ ਮੈਨੂੰ ਖਾਣਾ ਨਹੀਂ ਬਣਾਉਣਾ ਪੈਂਦਾ ਸੀ ਅਤੇ ਮੈਂ ਬਿਲਕੁਲ ਫ੍ਰੀ ਹੁੰਦਾ ਸੀ। ਮਾਲਕ ਦੇ ਸਾਹਮਣੇ ਮਾਲਕਣ ਮੈਨੂੰ ਘੱਟ ਕੰਮ ਕਹਿੰਦੀ ਸੀ ਅਤੇ ਮੈਂ ਵੀ ਬਾਹਰ ਸੈਰ ਕਰਨ ਲਈ ਨਿਕਲ ਜਾਂਦਾ ਸੀ। ਫਿਰ ਮੈਂ ਇੱਕ ਲੜਕੇ ਨੂੰ ਮਿਲਿਆ ਜਿਸ ਦਾ ਨਾਮ ਸੌਰਵ ਸੀ। ਸੌਰਵ 15 ਸਾਲ ਦਾ ਲੜਕਾ ਸੀ। ਉਹ ਬਹੁਤ ਵਧੀਆ ਤੇ ਸ਼ਰੀਫ ਮੁੰਡਾ ਸੀ। ਮੇਰੇ ਵਾਂਗ ਕਿਸੇ ਵਿਅਕਤੀ ਰਾਹੀਂ ਭਾਰਤ ਤੋਂ ਦੁਬਈ ਵਿੱਚ ਕੰਮ ਕਰਨ ਲਈ ਆਇਆ ਸੀ। ਮੈਨੂੰ ਉਸ ਤੋਂ ਹੀ ਪਤਾ ਲੱਗਾ ਕਿ ਇੱਥੋਂ ਦਾ ਨਿਯਮ ਹੈ ਕਿ ਇੱਥੇ ਔਰਤਾਂ ਸਿਰਫ 10 ਤੋਂ 15 ਸਾਲ ਦੀ ਉਮਰ ਦੇ ਲੜਕਿਆਂ ਨੂੰ ਹੀ ਨੌਕਰੀ ਤੇ ਰੱਖਦੀਆਂ ਹਨ। ਸੌਰਵ ਮੈਨੂੰ ਇਸ ਗੱਲ ਦਾ ਜਵਾਬ ਨਹੀਂ ਦੇ ਸਕਿਆ ਕਿ ਅਜਿਹਾ ਕਿਉਂ ਹੈ, ਕਿਉਂਕਿ ਉਸ ਕੋਲ ਵੀ ਇਸ ਦਾ ਜਵਾਬ ਨਹੀਂ ਸੀ। ਉਹ ਮੇਰਾ ਬਹੁਤ ਚੰਗਾ ਦੋਸਤ ਬਣ ਗਿਆ ਅਤੇ ਕਈ ਵਾਰ ਅਸੀਂ ਇੱਕ ਦੂਜੇ ਨਾਲ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦੇ ਸੀ। ਮੇਰੀ ਮਾਲਕਣ ਮੈਨੂੰ ਬੱਚਾ ਸਮਝਦੀ ਸੀ, ਇਸੇ ਲਈ ਉਹ ਕਈ ਵਾਰ ਮੇਰੇ ਤੋਂ ਆਪਣੇ ਸਿਰ ਅਤੇ ਹੱਥ ਪੈਰ ਨੂੰ ਦਬਾਉਂਦੀ ਸੀ ਅਤੇ ਕਈ ਵਾਰ ਆਪਣੀ ਕਮਰ ਦੀ ਮਾਲਿਸ਼ ਕਰਵਾਉਂਦੀ ਸੀ। ਮੈਨੂੰ ਕਿਸੇ ਅਜਨਬੀ ਔਰਤ ਨੂੰ ਛੂਹਣ ਵੇਲੇ ਬਹੁਤ ਸ਼ਰਮ ਆਉਂਦੀ ਸੀ, ਪਰ ਫਿਰ ਮੈਨੂੰ ਆਪਣੀ ਪਛਾਣ ਯਾਦ ਆਉਂਦੀ ਸੀ ਕਿ ਮੈਂ ਕੌਣ ਹਾਂ। ਇੱਥੇ ਮੇਰੀ ਪਛਾਣ ਕੁਝ ਹੋਰ ਹੈ। ਹੁਣ ਤੱਕ ਸਭ ਕੁਝ ਠੀਕ ਚੱਲ ਰਿਹਾ ਸੀ ਅਤੇ ਮੈਂ ਆਪਣੀ ਨੌਕਰੀ ਤੋਂ ਬਹੁਤ ਖੁਸ਼ ਅਤੇ ਬੇਫਿਕਰ ਸੀ ਅਤੇ ਹਰ ਮਹੀਨੇ ਆਪਣੇ ਘਰ ਪੈਸੇ ਭੇਜਦਾ ਰਿਹਾ। ਪਰ ਕੁਝ ਦਿਨਾਂ ਬਾਅਦ ਮੈਨੂੰ ਪਤਾ ਲੱਗਾ ਕਿ ਇੱਥੇ ਕੁਝ ਗਲਤ ਸੀ, ਕਿਉਂਕਿ ਕਈ ਵਾਰ ਮਾਲਕਣ ਮੈਨੂੰ ਚਿੱਟੇ ਰੰਗ ਦਾ ਬੈਗ ਦਿੰਦੀ ਸੀ ਅਤੇ ਕਹਿੰਦੀ ਸੀ ਕਿ ਜਾ ਕੇ ਇਸ ਬੈਗ ਨੂੰ ਹੇਠਾਂ ਫਲੈਟ ਨੰਬਰ 5 ਵਿੱਚ ਲੈ ਜਾਓ। ਮੇਰੀ ਮਾਲਕਣ ਮੈਨੂੰ ਆਪਣੀ ਟੁੱਟੀ ਫੁੱਟੀ ਭਾਸ਼ਾ ਵਿੱਚ ਗੱਲਾਂ ਸਮਝਾਉਂਦੀ ਸੀ ਅਤੇ ਮੈਂ ਵੀ ਕਦੇ ਇਹ ਨਹੀਂ ਪ੍ਰਗਟਾਇਆ ਕਿ ਮੈਂ ਉਸ ਦੀ ਭਾਸ਼ਾ ਸਮਝਦਾ ਹਾਂ। ਮੈਂ ਇਹ ਜਾਣਨ ਲਈ ਉਤਸੁਕ ਸੀ ਕਿ ਇਸ ਚਿੱਟੇ ਬੈਗ ਦੇ ਅੰਦਰ ਕੀ ਹੈ, ਪਰ ਸਪਸ਼ਟ ਹੈ ਕਿ ਇਸ ਬਾਰੇ ਆਪਣੀ ਮਾਲਕਣ ਨੂੰ ਨਹੀਂ ਪੁੱਛ ਸਕਦਾ ਸੀ। ਇੱਕ ਦਿਨ ਮੈਂ ਸੌਰਵ ਨੂੰ ਮਿਲਿਆ ਤਾਂ ਮੈਨੂੰ ਪਤਾ ਲੱਗਾ ਕਿ ਉਹ ਵੀ ਹੇਠਾਂ ਫਲੈਟ ਨੰਬਰ 5 ਵਿੱਚ ਕੰਮ ਕਰਦਾ ਹੈ। ਮੈਂ ਉਸ ਨੂੰ ਚਿੱਟੇ ਬੈਗ ਬਾਰੇ ਪੁੱਛਿਆ ਕਿ ਤੁਹਾਨੂੰ ਇਸ ਬਾਰੇ ਕੁਝ ਪਤਾ ਹੈ ਕਿ ਇਸ ਵਿੱਚ ਕੀ ਹੈ। ਉਸ ਨੇ ਕਿਹਾ
ਕਿ ਇੱਥੇ ਜ਼ਿਆਦਾਤਰ ਔਰਤਾਂ ਜਦੋਂ ਇੱਕ ਦੂਜੇ ਨੂੰ ਗੁਪਤ ਸੰਦੇਸ਼ ਭੇਜਦੀਆਂ ਹਨ ਤਾਂ ਚਿੱਟੇ ਬੈਗ ਵਿੱਚ ਚਿੱਠੀ ਲਿਖ ਕੇ ਭੇਜ ਦਿੰਦੀਆਂ ਹਨ। ਮੈਂ ਹੈਰਾਨੀ ਨਾਲ ਸੋਚਿਆ, ਮੇਰੀ ਮਾਲਕਣ ਸੌਰਭ ਦੀ ਮਾਲਕਣ ਨੂੰ ਕਿਹੋ ਜਿਹਾ ਗੁਪਤ ਸੰਦੇਸ਼ ਭੇਜਦੀ ਹੋਵੇਗੀ। ਮੈਂ ਸੌਰਭ ਨੂੰ ਪੁੱਛਿਆ ਕਿ ਕੀ ਉਸਨੇ ਕਦੇ ਉਹ ਗੁਪਤ ਸੰਦੇਸ਼ ਪੜ੍ਹਿਆ ਹੈ ਅਤੇ ਉਸਨੇ ਕਿਹਾ ਹਾਂ। ਇੱਕ ਵਾਰ ਮੈਂ ਬੈਗ ਖੋਲ੍ਹਿਆ ਅਤੇ ਉਸ ਵਿੱਚੋਂ ਚਿੱਠੀ ਕੱਢੀ ਅਤੇ ਜਦੋਂ ਮੈਂ ਇਸ ਨੂੰ ਪੜ੍ਹਨ ਲੱਗਾ ਤਾਂ ਦੇਖਿਆ ਕਿ ਉਸ ਤੇ ਅਰਬੀ ਵਿੱਚ ਲਿਖਿਆ ਹੋਇਆ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਮੈਂ ਉਸ ਨੂੰ ਕਿਹਾ, ਅਗਲੀ ਵਾਰ ਮੌਕਾ ਮਿਲੇ ਤਾਂ ਤੂੰ ਉਸ ਚਿੱਠੀ ਦੀ ਫੋਟੋ ਲੈ ਲਵੀਂ। ਸੌਰਭ ਮੰਨ ਗਿਆ ਸੀ। ਮੈਂ ਆਪਣੀ ਮਾਲਕਣ ਦੇ ਘਰ ਵਾਪਸ ਆ ਗਿਆ ਸੀ। ਜਦੋਂ ਮਾਲਕ ਨੇ ਮੈਨੂੰ ਮੇਰੀ ਤਨਖਾਹ ਦਿੱਤੀ ਤਾਂ ਮੈਂ ਬਹੁਤ ਖੁਸ਼ ਹੋਇਆ। ਮੈਂ ਤੁਰੰਤ ਪੈਸੇ ਇੰਡੀਆ ਭੇਜ ਦਿੱਤੇ। ਪੈਸੇ ਭੇਜਣ ਤੋਂ ਅਗਲੇ ਦਿਨ ਮਾਲਕਣ ਨੇ ਮੈਨੂੰ ਆਪਣੇ ਕੋਲ ਬੁਲਾਇਆ ਅਤੇ ਲੱਤਾਂ ਦਬਾਉਣ ਲਈ ਕਿਹਾ ਕਿ ਮੇਰੀਆਂ ਲੱਤਾਂ ਬਹੁਤ ਦਰਦ ਕਰ ਰਹੀਆਂ ਹਨ। ਮੈਂ ਲੱਤਾਂ ਦਬਾਉਣਾ ਸ਼ੁਰੂ ਕਰ ਦਿੱਤਾ। ਫਿਰ ਕੁਝ ਦੇਰ ਬਾਅਦ ਮਾਲਕਣ ਕਹਿਣ ਲੱਗੀ, ਮੇਰੀ ਕਮਰ ਦੀ ਮਾਲਿਸ਼ ਕਰੋ, ਕਮਰ ਵਿੱਚ ਵੀ ਦਰਦ ਹੁੰਦਾ ਹੈ। ਮਾਲਕਣ ਨੇ ਆਪਣੀ ਪੂਰੀ ਕਮਰ ਨੰਗੀ ਕਰ ਦਿੱਤੀ। ਮੈਨੂੰ ਬਹੁਤ ਸ਼ਰਮ ਮਹਿਸੂਸ ਹੋ ਰਹੀ ਸੀ, ਪਰ ਮੈਂ ਕੁਝ ਨਹੀਂ ਕਰ ਸਕਦਾ ਸੀ ਕਿਉਂਕਿ ਮੇਰੀ ਪਛਾਣ ਕੁਝ ਹੋਰ ਸੀ। ਇਸ ਲਈ ਮੈਂ ਆਪਣੀਆਂ ਅੱਖਾਂ ਨੀਵੀਆਂ ਕੀਤੀਆਂ ਅਤੇ ਉਸ ਦੀ ਕਮਰ ਦੀ ਮਾਲਿਸ਼ ਕਰਨ ਲੱਗ ਪਿਆ। ਜਦੋਂ ਮੈਂ ਲਗਭਗ ਅੱਧਾ ਘੰਟਾ ਮਾਲਕਣ ਦੀ ਗੋਰੀ ਕਮਰ ਦੀ ਮਾਲਿਸ਼ ਕਰਦਾ ਰਿਹਾ ਤਾਂ ਉਸਨੇ ਮੈਨੂੰ ਜਾਣ ਲਈ ਕਿਹਾ। ਮੈਂ ਡੂੰਘਾ ਸਾਹ ਲੈ ਕੇ ਉੱਠਿਆ। ਸ਼ਾਇਦ ਮਾਲਕਣ ਨੂੰ ਮੇਰੇ ਤੇ ਤਰਸ ਆ ਗਿਆ ਹੋਵੇ। ਜਦੋਂ ਉਹ ਤਿਆਰ ਹੋ ਗਈ ਤਾਂ ਉਸਨੇ ਮੈਨੂੰ ਕਿਹਾ ਕਿ ਉਹ ਬਾਹਰ ਜਾ ਰਹੀ ਹੈ ਅਤੇ ਮੈਨੂੰ ਘਰ ਦਾ ਧਿਆਨ ਰੱਖਣ ਲਈ ਕਿਹਾ। ਮੈਂ ਸੋਚਿਆ ਕਿ ਮਾਲਕਣ ਨੂੰ ਵਾਪਸ ਆਉਣ ਵਿੱਚ ਸਮਾਂ ਲੱਗੇਗਾ। ਇਸ ਦੌਰਾਨ ਮੈਂ ਆਪਣੇ ਦੋਸਤ ਸੌਰਭ ਨੂੰ ਮਿਲਣ ਲਈ ਚਲਾ ਜਾਂਦਾ ਹਾਂ। ਵੈਸੇ ਵੀ ਉਹ ਬਹੁਤੀ ਦੂਰ ਨਹੀਂ ਰਹਿੰਦਾ। ਕੁਝ ਦੇਰ ਬਾਅਦ ਮੈਂ ਘਰੋਂ ਨਿਕਲ ਨਹੀਂ ਵਾਲਾ ਸੀ ਕਿ ਦਰਵਾਜ਼ਾ ਜ਼ੋਰ ਦੀ ਖੜਕਣ ਲੱਗਾ। ਮੈਂ ਘਬਰਾ ਕੇ ਉੱਠਿਆ ਅਤੇ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਸੌਰਭ ਖੜਾ ਸੀ। ਉਹ ਬਹੁਤ ਬੁਰੀ ਹਾਲਤ ਵਿੱਚ ਸੀ। ਉਸ ਦੇ ਕੱਪੜੇ ਫਟੇ ਹੋਏ ਸਨ ਅਤੇ ਉਸ ਦੇ ਵਾਲ ਵੀ ਬੁਰੀ ਤਰ੍ਹਾਂ ਨਾਲ ਖਿਲਰੇ ਹੋਏ ਸਨ। ਉਸ ਦਾ ਸਾਹ ਚੜਿਆ ਹੋਇਆ ਸੀ। ਮੈਂ ਛੇਤੀ ਨਾਲ ਉਸ ਨੂੰ ਘਰ ਦੇ ਅੰਦਰ ਲੈ ਆਇਆ। ਮੈਂ ਉਸ ਨੂੰ ਬੈਠਣ ਲਈ ਕਿਹਾ ਅਤੇ ਉਸ ਨੂੰ ਪੀਣ ਲਈ ਪਾਣੀ ਦਿੱਤਾ। ਕੁਝ ਸਮਾਂ ਆਰਾਮ ਕਰਨ ਤੋਂ ਬਾਅਦ ਉਸ ਦੀ ਹਾਲਤ 'ਚ ਕੁਝ ਸੁਧਾਰ ਹੋਇਆ। ਪਾਣੀ ਪੀਣ ਤੋਂ ਬਾਅਦ ਉਸਨੇ ਮੈਨੂੰ ਆਪਣੇ ਕੱਪੜੇ ਦੇਣ ਲਈ ਕਿਹਾ। ਮੈਂ ਉਸ ਨੂੰ ਆਪਣੇ ਕੱਪੜੇ ਦਿੱਤੇ। ਉਸਨੇ ਆਪਣੇ ਹੱਥ ਅਤੇ ਮੂੰਹ ਧੋਤੇ, ਕੱਪੜੇ ਬਦਲੇ ਅਤੇ ਬਾਹਰ ਜਾਣ ਲਈ ਤਿਆਰ ਹੋ ਗਿਆ। ਮੈਂ ਹੈਰਾਨੀ ਨਾਲ ਪੁੱਛਿਆ, ਸੌਰਭ, ਤੂੰ ਕੀ ਹਾਲਤ ਬਣਾਈ ਹੈ? ਤੁਹਾਨੂੰ ਕੀ ਹੋਇਆ ਅਤੇ ਤੁਸੀਂ ਹੁਣ ਕਿੱਥੇ ਜਾ ਰਹੀ ਹੋ? ਉਹ ਕਾਹਲੀ ਵਿੱਚ ਸੀ। ਉਸਨੇ ਕਿਹਾ ਕਿ ਹੁਣ ਮੈਨੂੰ ਸਮਝ ਆ ਗਈ ਹੈ ਕਿ ਦੁਬਈ ਦੀਆਂ ਔਰਤਾਂ ਸਾਡੇ ਵਰਗੇ ਨੌਜਵਾਨ ਲੜਕਿਆਂ ਨੂੰ ਨੌਕਰੀ ਤੇ ਕਿਉਂ ਰੱਖਦੀਆਂ ਹਨ। ਮੈਨੂੰ ਉਹਨਾਂ ਦੀ ਅਸਲੀਅਤ ਪਤਾ ਲੱਗ ਗਈ ਹੈ, ਪਰ ਹੁਣ ਮੈਂ ਇੱਥੇ ਹੋਰ ਇੰਤਜ਼ਾਰ ਨਹੀਂ ਕਰ ਸਕਦਾ। ਮੈਂ ਇੱਥੋਂ ਜਾ ਰਿਹਾ ਹਾਂ। ਮੈਂ ਇੱਥੇ ਨਹੀਂ ਰਹਿਣਾ ਚਾਹੁੰਦਾ। ਉਹ ਬੁਰੀ ਤਰ੍ਹਾਂ ਬੋਲ ਰਿਹਾ ਸੀ ਅਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ। ਮੈਂ ਉਸ ਤੋਂ ਜਾਣ ਦਾ ਕਾਰਨ ਪੁੱਛਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਸਨੇ ਮੈਨੂੰ ਕੁਝ ਨਹੀਂ ਦੱਸਿਆ। ਪਰ ਜਾਂਦੇ ਸਮੇਂ ਮੈਂ ਉਸ ਨੂੰ ਆਪਣਾ ਨੰਬਰ ਦੇ ਦਿੱਤਾ। ਮੈਂ ਉਸ ਨੂੰ ਕਿਹਾ ਕਿ ਜਦੋਂ ਮੈਂ 2-3 ਮਹੀਨਿਆਂ ਬਾਅਦ ਭਾਰਤ ਆਪਣੇ ਘਰ ਜਾਵਾਂਗਾ ਤਾਂ ਤੁਸੀਂ ਮੇਰੇ ਨਾਲ ਗੱਲ ਕਰ ਲਿਓ। ਉਹ ਇੰਨਾ ਘਬਰਾ ਗਿਆ ਕਿ ਉਸਨੇ ਨੰਬਰ ਆਪਣੀ ਜੇਬ ਵਿੱਚ ਪਾ ਲਿਆ ਅਤੇ ਤੁਰੰਤ ਉੱਥੋਂ ਚਲਾ ਗਿਆ। ਸਵੇਰੇ ਇਹ ਖਬਰ ਪੂਰੀ ਕਲੋਨੀ ਵਿੱਚ ਫੈਲ ਗਈ ਕਿ ਫਲੈਟ ਨੰਬਰ 5 ਦਾ ਨੌਕਰ ਆਪਣੀ ਮਾਲਕਣ ਦੇ ਸਿਰ ਵਿੱਚ ਡੰਡੇ ਨਾਲ ਵਾਰ ਕਰਕੇ ਭੱਜ ਗਿਆ। ਉਸਨੇ ਆਪਣੀ ਮਾਲਕਣ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਮੈਂ ਇਹ ਸੁਣ ਕੇ ਦੰਗ ਰਹਿ ਗਿਆ ਕਿਉਂਕਿ ਸੌਰਭ ਅਜਿਹਾ ਨਹੀਂ ਸੀ ਅਤੇ ਉਸਨੇ ਮੈਨੂੰ ਅਜਿਹਾ ਕੁਝ ਵੀ ਨਹੀਂ ਦੱਸਿਆ ਸੀ। ਮੈਨੂੰ ਨਹੀਂ ਪਤਾ ਸੀ ਕਿ ਉਹ ਕੀ ਕਰਕੇ ਆਇਆ ਅਤੇ ਇੱਥੇ ਕੀ ਹੋ ਰਿਹਾ ਸੀ ਅਤੇ ਇਹ ਕਿਉਂ ਹੋ ਰਿਹਾ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਮੇਰੀ ਮਾਲਕਣ ਦੀਆਂ ਹਰਕਤਾਂ ਵੀ ਬਹੁਤ ਅਜੀਬ ਸਨ। ਤਾਂ ਕਿ ਦੁਬਈ ਵਿੱਚ ਰਹਿਣ ਵਾਲੀਆਂ ਸਾਰੀਆਂ ਮਾਲਕਣ ਔਰਤਾਂ ਅਜਿਹੀਆਂ ਹੀ ਹੁੰਦੀਆਂ ਹਨ। ਪਤਾ ਨਹੀਂ ਮੇਰੇ ਮਨ ਵਿੱਚ ਕਿਹੋ ਜਿਹੇ ਖਿਆਲ ਆ ਰਹੇ ਸੀ। ਪਤਾ ਨਹੀਂ ਸੌਰਭ ਦੀ ਮਾਲਕਣ ਨੇ ਉਸ ਨੂੰ ਕੀ ਕਿਹਾ ਸੀ ਕਿ ਉਹ ਵਿਚਾਰਾ ਇੱਥੋਂ ਇਸ ਤਰ੍ਹਾਂ ਗਾਇਬ ਹੋ ਗਿਆ। ਇੱਕ ਦਿਨ ਮੈਂ ਆਪਣੀ ਮਾਲਕਣ ਨੂੰ ਫੋਨ ਤੇ ਕਿਸੇ ਨਾਲ ਗੱਲ ਕਰਦੇ ਸੁਣਿਆ। ਉਸ ਦੀਆਂ ਗੱਲਾਂ ਤੋਂ ਸਾਫ਼ ਸੀ ਕਿ ਫਲੈਟ ਨੰਬਰ 5 ਵਿੱਚ ਰਹਿ ਰਹੀ ਮਾਲਕਣ ਨੂੰ ਹੁਣ ਨਵੇਂ ਨੌਕਰ ਦੀ ਲੋੜ ਹੈ। ਸ਼ਾਮ ਨੂੰ ਜਦੋਂ ਸਰ ਆਏ ਤਾਂ ਇਹ ਮੇਰੀ ਮਾੜੀ ਕਿਸਮਤ ਸੀ ਜਾਂ ਕੁਝ ਹੋਰ। ਸਰ ਨੇ ਆਪਣੀ ਪਤਨੀ ਨੂੰ ਕਿਹਾ ਕਿ ਮੈਂ ਤੈਨੂੰ ਕਿਤੇ ਦੂਰ ਲੈ ਕੇ ਜਾਣਾ ਚਾਹੁੰਦਾ ਹਾਂ, ਤੇਰੇ ਨਾਲ ਘੁੰਮਣ ਲਈ। ਉਹਨਾਂ ਦਾ ਇਹ ਦੌਰਾ ਕਰੀਬ 1 ਹਫ਼ਤੇ ਦਾ ਸੀ। ਹੁਣ ਮੇਰਾ ਵੀ ਘਰ ਕੋਈ ਕੰਮ ਨਹੀਂ ਸੀ, ਇਸ ਲਈ ਮਾਲਕਣ ਨੇ ਕਿਹਾ
ਕਿ ਜੇ ਤੁਸੀਂ ਚਾਹੋ ਤਾਂ ਤੁਸੀਂ ਵੀ ਸਾਡੇ ਨਾਲ ਆ ਸਕਦੇ ਹੋ। ਪਰ ਮੇਰੇ ਮਾਲਕਣ ਨੂੰ ਬਹੁਤ ਬੁਰਾ ਲੱਗਾ ਕਿ ਅਸੀਂ ਨੌਕਰ ਨੂੰ ਆਪਣੇ ਨਾਲ ਕਿਉਂ ਲੈ ਕੇ ਜਾਵਾਂਗੇ। ਉਹ ਕਹਿਣ ਲੱਗਾ ਕਿ ਨਾਲ ਲੈ ਕੇ ਜਾਣ ਦੀ ਲੋੜ ਨਹੀਂ, ਇਹਨੂੰ ਇੱਥੇ ਹੀ ਰਹਿਣ ਦਿਓ। ਮਾਲਕਣ ਨੇ ਮੈਨੂੰ ਕਿਹਾ ਕਿ ਇਸ ਤਰ੍ਹਾਂ ਕਰ, ਫਲੈਟ ਨੰਬਰ 5 ਵਿੱਚ ਚਲਾ ਜਾ। ਉਸ ਦੀ ਮਾਲਕਣ ਨੂੰ ਇੱਕ ਨਵੇਂ ਨੌਕਰ ਦੀ ਲੋੜ ਹੈ। ਤੁਸੀਂ ਉਹਨਾਂ ਦੇ ਨਾਲ ਰਹੋ ਅਤੇ ਉਹਨਾਂ ਦੇ ਘਰ ਦਾ ਕੰਮ ਕਰਿਓ ਜਦੋਂ ਤੱਕ ਅਸੀਂ ਘਰ ਨਹੀਂ ਆਉਂਦੇ। ਮੈਂ ਜਾਣਾ ਨਹੀਂ ਚਾਹੁੰਦਾ ਸੀ, ਪਰ ਮੈਂ ਬੇਵੱਸ। ਮੈਂ ਉੱਥੇ ਜਾਂਦੇ ਸਮੇਂ ਬਹੁਤ ਡਰ ਗਿਆ ਸੀ ਕਿ ਪਤਾ ਨਹੀਂ ਸੌਰਵ ਨੂੰ ਕੀ ਹੋ ਗਿਆ ਹੋਵੇਗਾ, ਕਿ ਉਹ ਇੱਥੋਂ ਭੱਜ ਗਿਆ। ਮੈਂ ਫਲੈਟ ਨੰਬਰ 5 ਵਿੱਚ ਆ ਗਿਆ ਸੀ। ਇਸ ਘਰ ਦੀ ਮਾਲਕਣ ਦੀ ਉਮਰ ਲਗਭਗ 45 ਸਾਲ ਦੀ ਲੱਗ ਰਹੀ ਸੀ ਅਤੇ ਦਿੱਖ ਵਿੱਚ ਸਧਾਰਨ ਸੀ। ਉਹ ਔਰਤ ਬਹੁਤੀ ਖਾਸ ਨਹੀਂ ਸੀ ਅਤੇ ਮੈਨੂੰ ਦੇਖਦੇ ਹੀ ਉਹ ਬੋਲੀ, ਅੱਜ ਤੁਸੀਂ ਮੇਰੇ ਮਹਿਮਾਨ ਹੋ। ਅੱਜ ਮੇਰੇ ਲਈ ਬਹੁਤ ਖਾਸ ਦਿਨ ਹੈ। ਤੁਸੀਂ ਕੱਲ ਤੋਂ ਆਪਣਾ ਕੰਮ ਸ਼ੁਰੂ ਕਰਿਓ। ਅੱਜ ਤੂੰ ਮੇਰੇ ਨਾਲ ਸਮਾਂ ਬਿਤਾਉਣਾ ਹੈ। ਮੈਂ ਡਰ ਗਿਆ ਅਤੇ ਉਹਨਾਂ ਲਈ ਖਾਣਾ ਬਣਾਉਣਾ ਸ਼ੁਰੂ ਕਰ ਦਿੱਤਾ। ਉਹ ਬੜੀ ਅਜੀਬ ਕਿਸਮ ਦੀ ਔਰਤ ਸੀ। ਅਸਲ ਵਿੱਚ ਦੁਬਈ ਵਿੱਚ ਰਹਿੰਦੀਆਂ ਸਾਰੀਆਂ ਔਰਤਾਂ ਜੋ ਮੈਂ ਹੁਣ ਤੱਕ ਦੇਖੀਆਂ ਹਨ, ਉਹ ਅਜੀਬ ਆਦਤਾਂ ਵਾਲੀਆਂ ਔਰਤਾਂ ਸਨ। ਪਤਾ ਨਹੀਂ ਉਹਨਾਂ ਦੀਆਂ ਕਿਹੋ ਜਿਹੀਆਂ ਅਜੀਬੋ-ਗਰੀਬ ਹਰਕਤਾਂ ਸਨ, ਪਰ ਇਸ ਫਲੈਟ ਨੰਬਰ 5 ਦੀ ਮਾਲਕਣ ਨੂੰ ਦੇਖ ਕੇ ਮੈਨੂੰ ਬਹੁਤ ਬੇਚੈਨੀ ਹੋਣ ਲੱਗੀ। ਪਤਾ ਨਹੀਂ ਕਿਉਂ ਉਸ ਨੂੰ ਦੇਖਦੇ ਹੀ ਮੈਨੂੰ ਲੱਗਾ ਕਿ ਕੁਝ ਠੀਕ ਨਹੀਂ ਸੀ। ਯਕੀਨੀ ਤੌਰ ਤੇ ਕੁਝ ਗਲਤ ਸੀ। ਖਾਣਾ ਖਾਂਦੇ ਸਮੇਂ ਔਰਤ ਬਹੁਤ ਹੀ ਅਜੀਬ ਹਰਕਤਾਂ ਕਰ ਰਹੀ ਸੀ। ਉਸਨੇ ਮੈਨੂੰ ਉਸਦੇ ਨੇੜੇ ਬੈਠਣ ਲਈ ਕਿਹਾ ਤਾਂ ਮੈਂ ਉਸਦੇ ਨੇੜੇ ਕੁਰਸੀ ਤੇ ਬੈਠਣ ਲਈ ਮਜਬੂਰ ਹੋ ਗਿਆ। ਉਸਨੇ ਚਮਚੇ ਵਿੱਚ ਭੋਜਨ ਲਿਆ ਅਤੇ ਚਮਚਾ ਮੇਰੇ ਵੱਲ ਵਧਾਇਆ ਅਤੇ ਕਿਹਾ, ਮੈਂ ਤੁਹਾਨੂੰ ਆਪਣੇ ਹੱਥਾਂ ਨਾਲ ਖਵਾਵਾਂਗੀ। ਮੈਂ ਬਹੁਤ ਹੈਰਾਨ ਹੋਇਆ ਅਤੇ ਮੁਸੀਬਤ ਵਿੱਚ ਫਸ ਗਿਆ। ਬਸ ਮੈਂ ਇਸ ਔਰਤ ਤੋਂ ਕਿਸੇ ਤਰ੍ਹਾਂ ਬਚ ਕੇ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਮੇਰੇ ਲਈ ਬਚਣ ਦਾ ਕੋਈ ਰਾਹ ਨਹੀਂ ਸੀ। ਇਸ ਲਈ ਮਜਬੂਰਨ ਮੈਨੂੰ ਉਸ ਔਰਤ ਦੇ ਹੱਥਾਂ ਦਾ ਭੋਜਨ ਖਾਣਾ ਪਿਆ। ਨਾਸ਼ਤਾ ਕਰਨ ਤੋਂ ਬਾਅਦ ਜਦੋਂ ਮੈਂ ਮੇਜ਼ ਤੇ ਰੱਖੇ ਭਾਂਡੇ ਚੁੱਕਣ ਲੱਗਾ ਤਾਂ ਉਸਨੇ ਮੈਨੂੰ ਰੋਕਿਆ ਅਤੇ ਕਿਹਾ ਕਿ ਮੈਂ ਆਪ ਹੀ ਕਰ ਲਵਾਂਗੀ, ਤੁਸੀਂ ਅੱਜ ਆਰਾਮ ਕਰ ਲਿਓ। ਮੈਨੂੰ ਅੰਦਰੋਂ ਘੁਟਨ ਮਹਿਸੂਸ ਹੋਣ ਲੱਗੀ ਕਿ ਇਹ ਕਿਹੋ ਜਿਹੀ ਔਰਤ ਹੈ ਜੋ ਨੌਕਰ ਨੂੰ ਆਰਾਮ ਕਰਨ ਲਈ ਕਹਿ ਰਹੀ ਹੈ ਅਤੇ ਸਾਰਾ ਕੰਮ ਆਪ ਹੀ ਕਰ ਰਹੀ ਹੈ। ਅਗਲੇ ਦਿਨ ਜਦੋਂ ਮੈਂ ਘਰ ਦਾ ਕੰਮ ਕਰਨਾ ਚਾਹਿਆ ਤਾਂ ਉਸ ਨੇ ਮੈਨੂੰ ਰੋਕ ਦਿੱਤਾ। ਹੁਣ ਮੈਨੂੰ ਇਸ ਔਰਤ ਤੇ ਵੀ ਸ਼ੱਕ ਹੋਣ ਲੱਗਾ ਕਿ ਇਹ ਮੇਰੇ ਤੋਂ ਘਰ ਦੇ ਕੰਮ ਕਿਉਂ ਨਹੀਂ ਕਰਵਾ ਰਹੀ ਅਤੇ ਉਸਨੇ ਮੈਨੂੰ ਆਪਣੇ ਘਰ ਕਿਉਂ ਬੁਲਾਇਆ ਹੈ। ਮੇਰੇ ਕੋਲ ਸੌਰਵ ਦਾ ਨੰਬਰ ਵੀ ਨਹੀਂ ਸੀ, ਨਹੀਂ ਤਾਂ ਮੈਂ ਉਸ ਨੂੰ ਫੋਨ ਕਰਕੇ ਪੁੱਛਦਾ ਕਿ ਉਹ ਇੱਥੋਂ ਕਿਉਂ ਗਿਆ ਸੀ। ਰਾਤ ਨੂੰ ਮੈਂ ਰਸੋਈ ਵਿੱਚ ਖੜਾ ਪਾਣੀ ਪੀ ਰਿਹਾ ਸੀ ਤਾਂ ਦੇਖਿਆ ਕਿ ਮੈਡਮ ਵੀਡੀਓ ਕਾਲ ਤੇ ਕਿਸੇ ਨਾਲ ਗੱਲ ਕਰ ਰਹੀ ਸੀ। ਮੈਂ ਬਹੁਤ ਹੈਰਾਨ ਹੋਇਆ ਅਤੇ ਅੱਗੇ ਹੋ ਕੇ ਦੇਖਿਆ ਤਾਂ ਇਹ ਉਹੀ ਆਟੋ ਚਾਲਕ ਸੀ ਜਿਸ ਨੇ ਮੈਨੂੰ ਇੱਥੇ ਭੇਜਿਆ ਸੀ। ਮੈਂ ਲੁੱਕ ਕੇ ਸੁਣਨ ਦੀ ਕੋਸ਼ਿਸ਼ ਕੀਤੀ। ਉਹ ਆਦਮੀ ਕਿਸ ਬਾਰੇ ਗੱਲ ਕਰ ਰਿਹਾ? ਉਹ ਆਦਮੀ ਕਹਿ ਰਿਹਾ ਸੀ, ਮੈਡਮ ਚਿੰਤਾ ਨਾ ਕਰੋ, ਇੱਥੇ ਭਾਰਤ ਵਿੱਚ ਬਹੁਤ ਸਾਰੇ ਅਜੇ ਮੂਰਖ ਲੋਕ ਹਨ ਜੋ ਵਿਦੇਸ਼ ਜਾ ਕੇ ਕੰਮ ਕਰਨ ਲਈ ਬੇਤਾਬ ਹਨ। ਮੈਂ ਜਲਦੀ ਹੀ ਤੁਹਾਡੇ ਲਈ ਇੱਕ ਨਵਾਂ ਸ਼ਿਕਾਰ ਲੱਭਾਂਗਾ। ਹੁਣ ਮੈਨੂੰ ਅਹਿਸਾਸ ਹੋ ਰਿਹਾ ਸੀ ਕਿ ਜਿਸ ਆਦਮੀ ਨੇ ਮੈਨੂੰ ਇੱਥੇ ਭੇਜਿਆ ਸੀ ਉਸ ਨੇ ਮੇਰੀ ਕਿਸੇ ਤਰ੍ਹਾਂ ਦੀ ਮਦਦ ਨਹੀਂ ਕੀਤੀ ਸੀ, ਸਗੋਂ ਉਹ ਇਹਨਾਂ ਔਰਤਾਂ ਲਈ ਕੰਮ ਕਰਦਾ ਸੀ। ਪਰ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕਿਹੜਾ ਕੰਮ ਕਰਦਾ ਸੀ। ਮੈਨੂੰ ਇੱਥੇ ਆਏ 4 ਮਹੀਨੇ ਹੋ ਗਏ ਸਨ, ਪਰ ਮੈਨੂੰ ਅਜੇ ਵੀ ਸੱਚਾਈ ਦਾ ਪਤਾ ਨਹੀਂ ਲੱਗਿਆ ਸੀ। ਇੱਕ ਦਿਨ ਇਸ ਨਵੀਂ ਮਾਲਕਣ ਨੇ ਮੈਨੂੰ ਕੱਪੜੇ ਦਿੱਤੇ ਅਤੇ ਮੈਨੂੰ ਕਿਹਾ ਕਿ ਇਹ ਕੱਪੜੇ ਪਹਿਨੋ ਅਤੇ ਚੰਗੀ ਤਰ੍ਹਾਂ ਤਿਆਰ ਹੋ ਜਾਓ, ਅਸੀਂ ਬਾਹਰ ਜਾ ਰਹੇ ਹਾਂ। ਮੈਂ ਉਹੀ ਕੀਤਾ ਜਿਵੇਂ ਔਰਤ ਨੇ ਮੈਨੂੰ ਕਿਹਾ ਸੀ। ਮੈਂ ਆਪਣੇ ਆਪ ਨੂੰ ਹਾਲਾਤਾਂ ਤੇ ਰਹਿਮੋ ਕਰਮ ਤੇ ਛੱਡ ਦਿੱਤਾ ਸੀ ਕਿ ਜਿਵੇਂ ਹੋਵੇਗਾ ਦੇਖਿਆ ਜਾਵੇਗਾ। ਜਦੋਂ ਮੈਂ ਮੰਨ ਗਿਆ ਤਾਂ ਮਾਲਕਣ ਨੇ ਕਿਹਾ, ਆ ਕੇ ਮੇਰੇ ਨਾਲ ਕਾਰ ਵਿੱਚ ਬੈਠੋ, ਅਸੀਂ ਕਿਤੇ ਜਾਣਾ ਹੈ। ਮੈਂ ਜਾ ਕੇ ਉਸ ਨਾਲ ਕਾਰ ਵਿੱਚ ਬੈਠ ਗਿਆ। ਉਹ ਕਾਰ ਚਲਾ ਰਹੀ ਸੀ। ਕਾਰ ਇੱਕ ਵੱਡੇ ਹੋਟਲ ਦੇ ਸਾਹਮਣੇ ਰੁਕੀ ਸੀ। ਉਹ ਮੈਨੂੰ ਉਸ ਹੋਟਲ ਦੇ ਅੰਦਰ ਲੈ ਗਈ। ਹੁਣ ਮੈਨੂੰ ਕੁਝ ਸਮਝ ਆ ਰਹੀ ਸੀ ਕਿ ਉਹ ਕੀ ਚਾਹੁੰਦੀ ਹੈ। ਮੇਰੇ ਦਿਮਾਗ ਨੇ ਮੈਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਕੁਝ ਗਲਤ ਹੋਣ ਵਾਲਾ ਹੈ, ਇਸ ਲਈ ਮੈਂ ਪਹਿਲਾਂ ਤੋਂ ਹੀ ਪ੍ਰਬੰਧ ਕਰ ਲਿਆ ਸੀ। ਉਸਨੇ ਹੋਟਲ ਵਿੱਚ ਇੱਕ ਕਮਰਾ ਬੁੱਕ ਕਰਵਾਇਆ ਅਤੇ ਅਸੀਂ ਦੋਵੇਂ ਕਮਰੇ ਅੰਦਰ ਚਲੇ ਗਏ। ਹੋਟਲ ਦੇ ਕਮਰੇ ਵਿੱਚ ਦਾਖਲ ਹੁੰਦੇ ਹੀ ਉਸ ਦੇ ਇਰਾਦੇ ਵਿਗੜਨੇ ਸ਼ੁਰੂ ਹੋ ਗਏ। ਮੈਂ ਸਮਝ ਗਿਆ ਕਿ ਉਹ ਔਰਤ ਮੈਨੂੰ ਇੱਥੇ ਗਲਤ ਕੰਮ ਕਰਨ ਲਈ ਲੈ ਕੇ ਆਈ ਹੈ। ਅਣਜਾਣੇ ਵਿੱਚ ਐਕਟਿੰਗ ਕਰਦੇ ਹੋਏ ਮੈਂ ਪੁੱਛਿਆ, ਮਾਲਕਣ ਤੁਸੀਂ ਮੈਨੂੰ ਇੱਥੇ ਕਿਉਂ ਲਿਆਏ ਹੋ?
ਤਾਂ ਉਸਨੇ ਕਿਹਾ, ਤੁਸੀਂ ਅਜੇ ਬੱਚੇ ਹੋ, ਤੁਸੀਂ ਸਮਝ ਨਹੀਂ ਸਕਦੇ। ਜਿਵੇਂ ਮੈਂ ਕਹਾਂਗੀ ਉਸੇ ਤਰ੍ਹਾਂ ਕਰਦੇ ਰਹੋ। ਮੈਂ ਕਿਹਾ, ਮੈਂ ਤੁਹਾਡੀ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ, ਪਰ ਇਸ ਤੋਂ ਪਹਿਲਾਂ ਤੁਹਾਨੂੰ ਮੇਰੇ ਕੁਝ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਉਸਨੇ ਕਿਹਾ, ਠੀਕ ਹੈ, ਪੁੱਛੋ, ਕੀ ਸਵਾਲ ਹੈ? ਤੁਸੀਂ ਮੈਨੂੰ ਕੀ ਪੁੱਛਣਾ ਚਾਹੁੰਦੇ ਹੋ? ਮੈਂ ਕਿਹਾ ਕਿ ਇਸ ਗਲਤ ਕੰਮ ਵਿੱਚ ਸਿਰਫ ਤੁਸੀਂ ਹੀ ਸ਼ਾਮਲ ਹੋ ਜਾਂ ਮੇਰੀ ਮਾਲਕਣ ਵੀ ਹੈ, ਜਾਂ ਦੁਬਈ ਦੀਆਂ ਸਾਰੀਆਂ ਔਰਤਾਂ ਇੱਕੋ ਜਿਹੀਆਂ ਹਨ? ਲੋਕਾਂ ਦਾ ਫਾਇਦਾ ਉਠਾਉਣ ਵਾਲੀਆਂ ਧੋਖੇਬਾਜ਼। ਮੇਰੀ ਗੱਲ ਸੁਣ ਕੇ ਉਹ ਹੱਸਣ ਲੱਗ ਪਈ ਅਤੇ ਕਹਿਣ ਲੱਗੀ ਕਿ ਤੁਸੀਂ ਜੋ ਚਾਹੋ ਮੈਨੂੰ ਕਹਿ ਲਓ, ਪਰ ਮੈਂ ਤੁਹਾਡੀ ਕਹੀ ਕਿਸੇ ਵੀ ਗੱਲ ਦਾ ਗੁੱਸਾ ਨਹੀਂ ਕਰਾਂਗੀ। ਜਿੱਥੋਂ ਤੱਕ ਤੁਹਾਡੇ ਸਵਾਲ ਦੇ ਜਵਾਬ ਦਾ ਸਵਾਲ ਹੈ, ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਸਾਰੀ ਕਹਾਣੀ ਕੀ ਹੈ। ਸਾਡੇ ਇਸ ਪੂਰੇ ਇਲਾਕੇ ਵਿੱਚ ਜਿੰਨੀਆਂ ਵੀ ਔਰਤਾਂ ਰਹਿੰਦੀਆਂ ਹਨ, ਇਹ ਸਾਰੀਆਂ ਜਾਂ ਤਾਂ ਤਲਾਕਸ਼ੁਦਾ ਹਨ ਜਾਂ ਆਪਣੇ ਪਤੀ ਦੀਆਂ ਦੂਜੀਆਂ ਜਾਂ ਤੀਜੀਆਂ ਪਤਨੀਆਂ ਹਨ। ਕਈਆਂ ਨੂੰ ਆਪਣੇ ਪਤੀ ਦੁਆਰਾ ਤਸੀਹੇ ਦਿੱਤੇ ਜਾਂਦੇ ਹਨ। ਹਰ ਕਿਸੇ ਕੋਲ ਬਹੁਤ ਪੈਸਾ ਹੈ, ਕਿਉਂਕਿ ਇੱਥੇ ਲੋਕ ਬਹੁਤ ਅਮੀਰ ਹਨ, ਪਰ ਉਹਨਾਂ ਨੂੰ ਖੁਸ਼ ਰੱਖਣ ਲਈ ਆਦਮੀ ਨਹੀਂ ਹਨ। ਸਾਡੀਆਂ ਭਾਵਨਾਵਾਂ ਅਤੇ ਜਜ਼ਬਾਤਾਂ ਤੋਂ ਮਜਬੂਰ ਮੇਰੇ ਵਰਗੀਆਂ ਔਰਤਾਂ ਕੋਲ ਇਸ ਗਲਤ ਹਰਕਤ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੁੰਦਾ ਕਿ ਅਸੀਂ ਕੋਈ ਹੋਰ ਤਰੀਕਾ ਅਪਣਾ ਸਕੀਏ। ਅਸੀਂ ਭਾਰਤ ਦੇ ਇੱਕ ਵਿਅਕਤੀ ਨਾਲ ਗੱਲ ਕੀਤੀ ਹੈ ਅਤੇ ਉਸ ਨੂੰ ਆਪਣਾ ਏਜੰਟ ਬਣਾਇਆ ਹੈ। ਉਹ ਸਾਡੇ ਲਈ ਨੌਜਵਾਨ ਲੜਕਿਆਂ ਦਾ ਪ੍ਰਬੰਧ ਕਰਦਾ ਹੈ। ਅਸੀਂ ਉਸ ਨੂੰ ਕਿਹਾ ਹੈ ਕਿ ਉਹ ਸਾਡੇ ਲਈ 10 ਤੋਂ 15 ਸਾਲ ਦੀ ਉਮਰ ਦੇ ਲੜਕਿਆਂ ਦਾ ਪ੍ਰਬੰਧ ਕਰੇ। ਉਹ ਜਿੰਨੇ ਮੁੰਡੇ ਭੇਜੇਗਾ ਓਨੇ ਹੀ ਪੈਸੇ ਮਿਲਣਗੇ। ਇਹਨਾਂ ਲੜਕਿਆਂ ਨੂੰ ਨੌਕਰੀ ਤੇ ਰੱਖਣ ਦੇ ਬਹਾਨੇ ਅਸੀਂ ਦੁਬਈ ਦੀਆਂ ਔਰਤਾਂ ਆਪਣੀਆਂ ਵਾਸ਼ਨਾ ਪੂਰੀ ਕਰਦੀਆਂ ਹਾਂ, ਜਿਵੇਂ ਮੈਂ ਅੱਜ ਇੱਥੇ ਤੁਹਾਡੇ ਨਾਲ ਕਰਨਾ ਚਾਹੁੰਦੀ ਹਾਂ। ਮੈਂ ਕਿਹਾ, ਤੂੰ ਸੌਰਵ ਨਾਲ ਅਜਿਹਾ ਕੀ ਕੀਤਾ ਸੀ ਜਿਸ ਕਾਰਨ ਉਸ ਨੂੰ ਇੱਥੋਂ ਭੱਜਣਾ ਪਿਆ? ਉਸਨੇ ਕਿਹਾ ਕਿ ਮੈਂ ਉਸ ਨੂੰ ਬਹੁਤ ਪਸੰਦ ਕਰਦੀ ਸੀ, ਪਰ ਉਹ ਮੇਰੇ ਵੱਲ ਦੇਖਦਾ ਵੀ ਨਹੀਂ ਸੀ। ਮੈਂ ਉਸ ਲਈ ਇੰਨੀ ਚੰਗੀ ਤਰ੍ਹਾਂ ਤਿਆਰ ਹੁੰਦੀ ਸੀ ਕਿ ਇੱਕ ਦਿਨ ਜਦੋਂ ਮੇਰੀ ਇੱਕ ਸਹੇਲੀ ਮੇਰੇ ਘਰ ਆਈ ਤਾਂ ਉਸ ਨੂੰ ਸੌਰਵ ਬਹੁਤ ਪਸੰਦ ਆਇਆ ਅਤੇ ਉਸਨੇ ਕਿਹਾ ਕਿ ਅੱਜ ਰਾਤ ਉਹ ਸੌਰਵ ਨਾਲ ਮੇਰੇ ਘਰ ਰਾਤ ਬਿਤਾਉਣਾ ਚਾਹੁੰਦੀ ਹੈ। ਇਸ ਬਾਰੇ ਸੌਰਵ ਨੂੰ ਪਤਾ ਲੱਗਾ ਤਾਂ ਉਸਨੇ ਸਾਡੇ ਖਾਣੇ ਵਿੱਚ ਬੇਹੋਸ਼ ਦੀ ਦਵਾਈ ਮਿਲਾ ਦਿੱਤੀ ਅਤੇ ਇੱਥੋਂ ਭੱਜ ਗਿਆ। ਅਤੇ ਕੀ ਤੁਸੀਂ ਜਾਣਦੇ ਹੋ ਕਿ ਉਹ ਔਰਤ ਕੌਣ ਸੀ ਜਿਸ ਨੇ ਸੌਰਵ ਨਾਲ ਜ਼ਬਰਦਸਤੀ ਕੀਤੀ ਸੀ? ਉਹ ਤੁਹਾਡੀ ਮਾਲਕਣ ਸੀ। ਇਹ ਸੁਣ ਕੇ ਮੈਂ ਹੈਰਾਨ ਰਹਿ ਗਿਆ। ਇੰਜ ਲੱਗ ਰਿਹਾ ਸੀ ਜਿਵੇਂ ਸਾਰਾ ਅਸਮਾਨ ਮੇਰੇ ਉੱਤੇ ਡਿੱਗ ਪਿਆ ਹੋਵੇ। ਮੈਂ ਦੰਗ ਰਹਿ ਗਿਆ। ਮੈਨੂੰ ਉਹ ਦਿਨ ਯਾਦ ਆ ਗਿਆ ਜਿਸ ਦਿਨ ਸੌਰਵ ਨਾਲ ਹਾਦਸਾ ਹੋਇਆ ਸੀ। ਉਸ ਦਿਨ ਮੇਰੀ ਮਾਲਕਣ ਸਵੇਰੇ ਸਵੇਰੇ ਤਿਆਰ ਹੋ ਕੇ ਕਿਤੇ ਚਲੀ ਗਈ ਸੀ ਅਤੇ ਸ਼ਾਮ ਨੂੰ ਵਾਪਸ ਆ ਗਈ ਸੀ। ਹੁਣ ਮੈਨੂੰ ਸਾਰੀ ਕਹਾਣੀ ਸਮਝ ਆ ਗਈ ਸੀ। ਔਰਤ ਨੇ ਸਾਰੀ ਕਹਾਣੀ ਸੁਣਾਉਂਦੇ ਹੋਏ ਕਿਹਾ, ਹੁਣ ਤੁਹਾਡੇ ਕੋਲ ਬਚਣ ਦਾ ਕੋਈ ਰਾਸਤਾ ਨਹੀਂ ਹੈ। ਤੁਹਾਨੂੰ ਮੇਰੀ ਸ਼ਰਤ ਪੂਰੀ ਕਰਨੀ ਪਵੇਗੀ, ਨਹੀਂ ਤਾਂ ਮੈਂ ਤੁਹਾਨੂੰ ਪੁਲਿਸ ਦੇ ਹਵਾਲੇ ਕਰ ਦਿਆਂਗੀ ਅਤੇ ਤੁਹਾਡੇ ਤੇ ਚੋਰੀ ਦਾ ਦੋਸ਼ ਲਗਾ ਦੇਵਾਂਗੀ। ਉਸ ਤੋਂ ਬਾਅਦ ਤੁਸੀਂ ਕਿਤੇ ਵੀ ਮੂੰਹ ਨਹੀਂ ਦਿਖਾ ਸਕੋਗੇ ਅਤੇ ਸਾਰੀ ਉਮਰ ਜੇਲ੍ਹ ਵਿੱਚ ਸੜ ਕੇ ਗੁਜ਼ਾਰੋਗੇ। ਸੋਚ ਲਓ ਕਿ ਕੀ ਕਰਨਾ ਹੈ। ਜੇਕਰ ਤੁਸੀਂ ਮੇਰੀ ਗੱਲ ਨਹੀਂ ਸੁਣੋਗੇ ਤਾਂ ਸਾਰੀ ਉਮਰ ਭਾਰਤ ਦਾ ਚਿਹਰਾ ਦੇਖਣ ਨੂੰ ਨਹੀਂ ਮਿਲੇਗਾ। ਉਸ ਨੇ ਪੂਰੀ ਯੋਜਨਾ ਬਣਾ ਕੇ ਹੀ ਮੇਰੇ ਨਾਲ ਗੱਲ ਕੀਤੀ। ਮੇਰੇ ਕੋਲ ਵੀ ਹੋਰ ਕੋਈ ਚਾਰਾ ਨਹੀਂ ਬਚਿਆ ਸੀ। ਮੈਂ ਸ਼ਾਇਦ ਇਸ ਔਰਤ ਦੀਆਂ ਗੱਲਾਂ ਵਿੱਚ ਆ ਜਾਂਦਾ, ਕਿਉਂਕਿ ਇਹ ਔਰਤ ਬਹੁਤ ਚਲਾਕ ਸੀ। ਜੇਕਰ ਮੈਂ ਵੀ ਇੱਕ ਮਾਸੂਮ 14-15 ਸਾਲਾਂ ਦਾ ਮੁੰਡਾ ਹੁੰਦਾ, ਪਰ ਸ਼ਾਇਦ ਉਹ ਨਹੀਂ ਜਾਣਦੀ ਸੀ ਕਿ ਮੈਂ 25 ਸਾਲਾਂ ਦਾ ਮੁੰਡਾ ਹਾਂ। ਮੈਂ ਕੱਦ ਵਿੱਚ ਛੋਟਾ ਹਾਂ, ਪਰ ਮੈਂ ਆਪਣੀ ਉਮਰ ਤੋਂ ਸਿਆਣਾ ਹਾਂ। ਮੈਂ ਜਿਸ ਤਰ੍ਹਾਂ ਦਿਖਦਾ ਹਾਂ, ਮੈਂ ਅੰਦਰੋਂ ਅਜਿਹਾ ਨਹੀਂ ਹਾਂ। ਮੈਂ ਛੋਟਾ ਹਾਂ, ਪਰ ਮੇਰਾ ਦਿਮਾਗ ਬਹੁਤ ਵੱਡਾ ਹੈ। ਮੇਰਾ ਦਿਮਾਗ ਵੀ ਓਨਾ ਹੀ ਸੀ ਜਿੰਨਾ ਕਿਸੇ ਜਵਾਨ ਮੁੰਡੇ ਦਾ ਹੋਣਾ ਚਾਹੀਦਾ ਸੀ। ਮੈਂ ਉਸ ਦੇ ਡਰਿੰਕ ਵਿੱਚ ਨੀਂਦ ਦੀਆਂ ਗੋਲੀਆਂ ਮਿਲਾਈਆਂ ਅਤੇ ਆਪਣਾ ਹੱਥਾਂ ਨਾਲ ਇਸ ਔਰਤ ਨੂੰ ਬੜੇ ਪਿਆਰ ਨਾਲ ਪੀਣ ਲਈ ਦਿੱਤਾ। ਕੁਝ ਸਮੇਂ ਬਾਅਦ ਔਰਤ ਹੌਲੀ-ਹੌਲੀ ਬੇਹੋਸ਼ ਹੋਣ ਲੱਗੀ ਅਤੇ ਉਹ ਪੂਰੀ ਤਰ੍ਹਾਂ ਸੌਂ ਗਈ। ਹੁਣ ਮੈਂ ਆਪਣੀ ਯੋਜਨਾ ਦੇ ਅਨੁਸਾਰ ਆਪਣੀ ਅਸਲੀ ਮਾਲਕਣ ਦੇ ਪਤੀ ਨੂੰ ਫੋਨ ਕੀਤਾ ਅਤੇ ਉਸ ਨੂੰ ਸਾਰੀ ਸੱਚਾਈ ਦੱਸੀ ਅਤੇ ਮੈਂ ਸਬੂਤ ਵਜੋਂ ਇਸ ਔਰਤ ਦੀ ਆਪਣੇ ਮੋਬਾਈਲ ਵਿੱਚ ਗੱਲਬਾਤ ਦੀ ਸਾਰੀ ਰਿਕਾਰਡਿੰਗ ਆਪਣੀ ਮਾਲਕਣ ਦੇ ਪਤੀ ਨੂੰ ਭੇਜ ਦਿੱਤੀ। ਹੁਣ ਜੋ ਕਰਨਾ ਸੀ ਉਸ ਨੇ ਹੀ ਕਰਨਾ ਸੀ। ਮੈਂ ਆਪਣਾ ਕੰਮ ਪੂਰਾ ਕਰ ਲਿਆ ਸੀ। ਮਾਲਕ ਨੇ ਪੁਲਿਸ ਦੀ ਛਾਪੇਮਾਰੀ ਤੋਂ ਬਾਅਦ ਇਸ ਖੇਤਰ ਵਿੱਚ ਰਹਿਣ ਵਾਲੀਆਂ ਔਰਤਾਂ ਨੂੰ ਲੱਭ ਲਿਆ। ਉਸ ਨੇ ਉਹਨਾਂ ਸਾਰੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਜੋ ਨੌਜਵਾਨ ਲੜਕਿਆਂ ਨੂੰ ਨੌਕਰ ਬਣਾ ਕੇ ਉਹਨਾਂ ਨੂੰ ਆਪਣੀ ਮਰਜ਼ੀ ਅਨੁਸਾਰ ਵਰਤਦੇ ਸਨ, ਅਤੇ ਇਸ ਵਿੱਚ ਮਾਲਕ ਦੀ ਆਪਣੀ ਪਤਨੀ ਵੀ ਸ਼ਾਮਲ ਸੀ ਜਿਸ ਨੂੰ ਉਸਨੇ ਤਲਾਕ ਦੇ ਦਿੱਤਾ ਸੀ। ਉਹ ਨੌਜਵਾਨ ਲੜਕਿਆਂ ਦੀ ਵਰਤੋਂ ਕਰਦੀ ਸੀ ਤਾਂ ਉਹ ਉਹਨਾਂ ਨੂੰ ਡਰਾ ਧਮਕਾ ਕੇ ਕਾਬੂ ਕਰ ਸਕੇ।
ਅਤੇ ਉਹਨਾਂ ਤੋਂ ਆਪਣਾ ਕੰਮ ਕਰਵਾ ਸਕੇ। ਮੇਰੇ ਬਾਰੇ ਉਸਦੀ ਗਲਤਫਹਿਮੀ ਇਹ ਸੀ ਕਿ ਮੈਂ ਛੋਟਾ ਬੱਚਾ ਸੀ ਅਤੇ ਇਹ ਗਲਤਫਹਿਮੀ ਉਸ ਨੂੰ ਭਾਰੀ ਪੈ ਗਈ। ਅੱਜ ਮੇਰੀ ਉਮਰ ਨੇ ਹੀ ਮੈਨੂੰ ਬਚਾ ਲਿਆ ਸੀ। ਪਹਿਲਾਂ ਮੈਂ ਸੋਚਿਆ ਸੀ ਕਿ ਸੌਰਵ ਵਾਂਗ ਮੈਂ ਵੀ ਇੱਥੋਂ ਭੱਜ ਕੇ ਇੰਡੀਆ ਚਲਾ ਜਾਵਾਂਗਾ, ਪਰ ਫਿਰ ਸੋਚਿਆ ਕਿ ਇਸ ਤਰ੍ਹਾਂ ਹੋਰ ਵੀ ਕੋਈ ਗਰੀਬ ਮਾਸੂਮ ਮੁੰਡੇ ਫਸ ਜਾਣਗੇ। ਆਖਰ ਕਿਸੇ ਨੂੰ ਹਿੰਮਤ ਕਰਨੀ ਪੈਂਦੀ ਹੈ। ਇਸ ਲਈ ਮੈਨੂੰ ਹਿੰਮਤ ਕਰਨੀ ਪਈ ਅਤੇ ਮੈਨੂੰ ਨਤੀਜੇ ਮਿਲੇ। ਮਾਲਕ ਨੇ ਮੈਨੂੰ ਆਪਣੇ ਨਾਲ ਕੰਮ ਕਰਨ ਲਈ ਰੱਖ ਲਿਆ ਸੀ। ਉਸ ਨੇ ਮੈਨੂੰ ਆਪਣੀ ਕੰਪਨੀ ਵਿੱਚ ਨੌਕਰੀ ਦਿੱਤੀ ਕਿਉਂਕਿ ਮੈਂ ਬਹੁਤ ਪੜ੍ਹਿਆ ਲਿਖਿਆ ਸੀ ਅਤੇ ਹੌਲੀ-ਹੌਲੀ ਮੈਂ ਉਸ ਦੇ ਕੰਮ ਵਿੱਚ ਮਦਦ ਕਰਨ ਲੱਗਾ। ਹੁਣ ਮਾਲਕ ਨੇ ਮੈਨੂੰ ਆਪਣੀ ਕੰਪਨੀ ਵਿੱਚ ਇੱਕ ਚੰਗੀ ਪੋਸਟ ਦਿੱਤੀ ਹੈ ਅਤੇ ਮੈਂ ਹਰ ਮਹੀਨੇ ਲਗਭਗ 10 ਲੱਖ ਆਪਣੇ ਘਰ ਭੇਜਦਾ ਹਾਂ। ਮੇਰੇ ਘਰ ਦੀ ਸਥਿਤੀ ਵੀ ਪੂਰੀ ਤਰ੍ਹਾਂ ਸੁਧਰ ਗਈ। ਮੈਂ ਸੋਚਿਆ ਕਿ ਹੁਣ ਮੈਂ ਇੱਥੇ ਰਹਿ ਕੇ ਆਪਣੇ ਪਰਿਵਾਰ ਦਾ ਭਵਿੱਖ ਦੇਖਾਂਗਾ। ਇੱਕ ਗੱਲ ਜੋ ਮੈਂ ਤੁਹਾਨੂੰ ਆਪਣੀ ਕਹਾਣੀ ਰਾਹੀਂ ਦੱਸਣਾ ਚਾਹੁੰਦਾ ਹਾਂ ਕਿ ਉਹ ਇਹ ਹੈ ਕਿ ਸਾਡੇ ਵਿੱਚੋਂ ਬਹੁਤ ਸਾਰੇ ਸੋਚਦੇ ਹਨ ਕਿ ਸਿਰਫ ਔਰਤਾਂ ਹੀ ਲਾਚਾਰ ਹਨ, ਸਿਰਫ ਇਹ ਸਤਾਈਆਂ ਜਾਂਦੀਆਂ ਹਨ। ਸਾਡੇ ਵਿੱਚੋਂ ਕੋਈ ਇਹ ਵੀ ਨਹੀਂ ਸੋਚਦਾ ਕਿ ਆਦਮੀ ਨੂੰ ਵੀ ਤੰਗ ਕੀਤਾ ਜਾ ਸਕਦਾ ਹੈ, ਉਸ ਉੱਤੇ ਜ਼ੁਲਮ ਵੀ ਹੋ ਸਕਦਾ ਹੈ। ਜੇ ਅਸੀਂ ਇਸ ਨੂੰ ਸਮਝ ਸਕੀਏ ਤਾਂ ਦੁਨੀਆ ਦੀਆਂ ਬਹੁਤ ਸਾਰੀਆਂ ਬੁਰਾਈਆਂ ਆਪਣੇ ਆਪ ਖਤਮ ਹੋ ਜਾਣਗੀਆਂ। ਮੈਂ ਇੱਥੇ ਦੁਬਈ ਵਿੱਚ ਰਹਿ ਕੇ ਬਹੁਤ ਸਾਰੇ ਮੁੰਡਿਆਂ ਨੂੰ ਬਚਾਇਆ ਹੈ। ਇੱਥੇ ਬਹੁਤ ਸਾਰੇ ਲੜਕੇ ਹਨ ਜੋ ਇਸ ਦੇ ਸ਼ਿਕਾਰ ਹੋਏ, ਪਰ ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ ਅਤੇ ਉਹਨਾਂ ਮੁੰਡਿਆਂ ਨੂੰ ਬਚਾਇਆ ਜਿਨ੍ਹਾਂ ਨੂੰ ਮੈਂ ਜਾਣਦਾ ਸੀ। ਪਰ ਵਿਚਾਰੇ ਉਹ ਮੁੰਡੇ ਜਿਨ੍ਹਾਂ ਨੂੰ ਮੈਂ ਨਹੀਂ ਜਾਣਦਾ, ਉਹ ਇਸ ਸਮੱਸਿਆ ਦਾ ਸ਼ਿਕਾਰ ਹੋ ਰਹੇ ਹਨ। ਪਰ ਕੋਈ ਗੱਲ ਨਹੀਂ, ਮੈਂ ਜਿੰਨਾ ਹੋ ਸਕੇ ਲੋਕਾਂ ਦੀ ਮਦਦ ਕਰਨਾ ਚਾਹੁੰਦਾ ਹਾਂ ਅਤੇ ਮੇਰੇ ਘਰ ਦੇ ਹਾਲਾਤ ਬਹੁਤ ਵਧੀਆ ਹੋ ਗਏ। ਸਾਰੀਆਂ ਭੈਣਾਂ ਵੀ ਵਿਆਹੀਆਂ ਹੋਈਆਂ ਹਨ। ਹੁਣ ਮੇਰਾ ਪਰਿਵਾਰ ਚਾਹੁੰਦਾ ਹੈ ਕਿ ਮੈਂ ਵਿਆਹ ਕਰਵਾ ਲਵਾਂ, ਪਰ ਮੈਂ ਇੰਡੀਆ ਜਾ ਕੇ ਵਿਆਹ ਨਹੀਂ ਕਰਨਾ ਚਾਹੁੰਦਾ। ਮੈਂ ਕਿਸੇ ਕੁੜੀ ਨਾਲ ਵਿਆਹ ਕਰਵਾ ਕੇ ਇੱਥੇ ਹੀ ਸੈਟਲ ਹੋਣਾ ਚਾਹੁੰਦਾ ਹਾਂ। ਮੈਂ ਕੁਝ ਦਿਨਾਂ ਬਾਅਦ ਆਪਣੇ ਪਰਿਵਾਰ ਨੂੰ ਵੀ ਇੱਥੇ ਬੁਲਾਵਾਂਗਾ। ਮੈਂ ਇੱਥੇ ਬਹੁਤ ਖੁਸ਼ ਹਾਂ ਅਤੇ ਚੰਗੀ ਜ਼ਿੰਦਗੀ ਜੀ ਰਿਹਾ ਹਾਂ। ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ। ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।